ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜੁਨ ਗੁਰੂ, ਵਰ ਸ਼੍ਰੀ ਹਰਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਬਿੰਦ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਧਨਾ, ਸਿਰ ਚਰਨਨ ਪਰ ਧਾਰ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਪੰਜ ਅਰਦਾਸਾਂ ਜੋਗ ਕੇ ਸੋਹਣ ਸਾਹਿਬਾ। ਕੁੜੀ ਪ੍ਰਾਣ ਅਪਾਨ ਕੋ, ਸਤਿਗੁਰ ਰਾਖੈ ਚੇਤ ਦੋਹਰਾ। ਪੰਜ ਅਰਦਾਸਾਂ ਜੋਗ ਕੇ ਸੋਹਣ ਸਾਹਿਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ, ਗੁਰਤਾ ਗੱਦੀ ਤੇ ਸ਼ੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਹੋਏ ਦੀਵਾਨਾਂ ਵਿੱਚ ਆਪ ਜੀ ਗੁਰਦੁਆਰਾ ਸ਼ਹੀਦਾਂ ਤੱਲਣ ਜਲੰਧਰ ਵਿਖੇ ਹਾਜ਼ਰੀਆਂ ਭਰ ਰਹੇ ਹੋ। ਪਹਿਲਾਂ ਆਪ ਜੀ ਨੇ ਨਿੱਤਾ ਪ੍ਰਤੀ ਦੀ ਮਿਤ ਮਰਿਆਦਾ ਦੇ ਮੁਤਾਬਕ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ। ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਜਾਪ ਤੇ ਹੁਣ ਲੜੀਵਾਰ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੁੜ ਰਹੇ ਹੋ, ਜੋ ਕਿ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਰਚਿਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ 5ਵੀਂ ਰਿਤੂ ਦਾ 15ਵਾਂ ਅੰਸੂ ਜਾਂ 15ਵਾਂ ਅਧਿਆਇ ਚੱਲ ਰਿਹਾ ਹੈ। ਸਤਿਗੁਰਾਂ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਦਾ ਵੱਡਿਆਂ ਭਾਗਾਂ ਦੇ ਨਾਲ ਆਪਾਂ ਨੂੰ ਮੌਕਾ ਮਿਲ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰਵਣ ਸਰੂਪ ਦੀ ਵਡਿਆਈ ਕਰਨ ਦਾ ਮੌਕਾ ਮਿਲ ਰਿਹਾ ਹੈ, ਕਿਉਂਕਿ ਜੋ ਗੁਰੂ ਕੀ ਬਾਣੀ ਦਾ ਜਾਪ ਹੁੰਦਾ ਹੈ, ਅੰਮ੍ਰਿਤ ਵੇਲੇ ਦੇ ਦੀਵਾਨ ਸਜਦੇ ਹੈ, ਕਥਾ ਹੁੰਦੀ ਹੈ, ਵਿਆਖਿਆ ਹੁੰਦੀ ਹੈ, ਉਹ ਸਤਿਗੁਰਾਂ ਦੇ ਨਿਰਗੁਣ ਸਰੂਪ ਦੀ ਵਿਆਖਿਆ ਹੈ, ਨਿਰਗੁਣ ਸਰੂਪ ਦੀ ਵਡਿਆਈ ਹੈ। ਗੁਰਬਾਣੀ ਦਾ ਜਾਪ ਜਾਂ ਗੁਰਬਾਣੀ ਦੀ ਕਥਾ ਔਰ ਜੋ ਇਤਿਹਾਸ ਹੈ, ਗੁਰ ਇਤਿਹਾਸ, ਇਹਦੀ ਵਿਚਾਰ ਕਰਨੀ, ਇਹਦੀ ਕਥਾ ਕਰਨੀ, ਸੁਣਨੀ, ਇਹ ਸਤਿਗੁਰਾਂ ਦੇ ਸਰਗੁਣ ਸਰੂਪ ਦੀ ਵਿਆਖਿਆ ਹੈ, ਸਰਗੁਣ ਸਰੂਪ ਦੀ ਵਡਿਆਈ ਹੈ, ਸਰਗੁਣ ਸਰੂਪ ਦੀ ਉਸਤਤ ਹੈ। ਨਿਰਗੁਣ ਆਪ ਸਰਗੁਣ ਭੀ ਉਹੀ। ਪਰਮੇਸ਼ਰ ਜੋ ਪੰਜਾਂ ਤੱਤਾਂ ਤੋਂ ਪਰੇ ਵਿਚਰਦਾ ਹੈ, ਨਿਰਗੁਣ ਸਰੂਪ ਵਿੱਚ ਵਿਚਰਦਾ ਹੈ, ਉਹਦੀ ਉਸਤਤ ਵੀ ਅਕਾਲ ਪੁਰਖ ਦੀ
ਅਕਾਲੀ ਬਾਣੀ ਹੈ, ਧੁਰਕੀ ਬਾਣੀ ਹੈ। ਇਸੇ ਤਰ੍ਹਾਂ ਉਹੀ ਅਕਾਲ ਪੁਰਖ ਜੋ ਨਿਰੰਕਾਰੀ ਜੋਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਵਰੂਪ ਦੇ ਵਿੱਚ ਇਸ ਮਾਤ ਲੋਕ ਦੇ ਉੱਤੇ ਪ੍ਰਗਟ ਹੋਏ, ਦਸਾਂ ਜਾਮਿਆਂ ਵਿੱਚ ਜੋਤ ਵਰਤਾਈ ਔਰ ਸਰੀਰਕ ਰੂਪ ਵਿੱਚ ਸਰਗੁਣ ਸਰੂਪ ਵਿੱਚ ਸਤਿਗੁਰਾਂ ਨੇ ਜੋ ਜੋ ਕੌਤਕ ਵਰਤਾਏ, ਜੋ ਜੋ ਉਪਦੇਸ਼ ਬਖਸ਼ਿਸ਼ ਕੀਤਾ, ਇਹ ਸਤਿਗੁਰਾਂ ਦੇ ਸਰਗੁਣ ਸਰੂਪ ਦੀ ਵਡਿਆਈ, ਸਰਗੁਣ ਸਰੂਪ ਦੀ ਕਥਾ ਹੈ। ਤੋ ਆਓ ਆਪਾਂ ਪਿੱਛੇ ਸਰਵਣ ਕਰ ਰਹੇ ਸੀ ਉਜੈਨ ਨਿਵਾਸੀ ਭਾਈ ਵਿਸ਼ੰਬਰ ਦਾਸ ਸਿੱਖ, ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕਰਕੇ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਬਿਨੈ ਕੀਤੀ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਮੈਨੂੰ ਸਾਰੀ ਗੁਰਸਿੱਖੀ ਦੀ ਮਰਿਆਦਾ ਸਮਝਾਓ ਕਿ ਗੁਰਸਿੱਖ ਨੂੰ ਕਦੋਂ ਕਦੋਂ ਅਰਦਾਸ ਕਰਨੀ ਚਾਹੀਦੀ ਹੈ, ਕਿਵੇਂ ਮਰਿਆਦਾ ਦੇ ਮੁਤਾਬਕ ਅਰਦਾਸ ਹੋਵੇ। ਤਾਂ ਸਤਿਗੁਰੂ ਜੀ ਨੇ 75 ਅਰਦਾਸਾਂ ਪਿਛਲੇ ਅਧਿਆਇ ਦੇ ਵਿੱਚ 14ਵੇਂ ਅੰਸੂ ਦੇ ਵਿੱਚ ਇਹ ਦੱਸੀਆਂ ਸਨ, ਜਿਨ੍ਹਾਂ ਦਾ ਆਪਾਂ ਨਿਰਣਾ ਕੀਤਾ, ਵਿਚਾਰਿਆ। ਉਸ ਤੋਂ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਹੋਰ ਅਧਿਆਤਮਿਕ ਉਪਦੇਸ਼ ਬਖਸ਼ਿਸ਼ ਕੀਤਾ ਅਤੇ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸੁਣਿਆ, ਇਹ ਸੋਝੀ ਬਖਸ਼ੀ, ਇਹ ਗਿਆਨ ਦਿੱਤਾ, ਇਹ ਸਿੱਖਿਆ ਦਿੱਤੀ ਕਿ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਗੁਰੂ ਕੇ ਸਿੱਖ ਨੇ ਵੈਰਾਗੀ ਰਹਿਣਾ ਹੈ। ਵੈਰਾਗੀ ਤਿਆਗੀ ਅਵਸਥਾ ਨੂੰ ਧਾਰਨ ਕਰਕੇ ਰੱਖਣਾ ਹੈ। ਇੱਕ ਸੱਚੇ ਨਾਮ ਨੂੰ, ਵਾਹਿਗੁਰੂ ਪਰਮੇਸ਼ਰ ਦੇ ਨੂੰ ਆਪਣਾ ਮਿੱਤਰ ਬਣਾਉਣਾ ਹੈ। ਉਦਾਹਰਨ ਦਿੱਤੀ ਕਿ ਜਿਵੇਂ ਕੋਈ ਪਰਦੇਸੀ ਹੋ ਗਿਆ ਹੋਵੇ, ਪਰਦੇਸ ਚਲਿਆ ਗਿਆ ਹੋਵੇ ਅਤੇ ਉਸ ਦੀ ਪਤਨੀ ਆਪਣੇ ਪਤੀ ਪਰਮੇਸ਼ਰ ਦੀ ਉਡੀਕ ਵਿੱਚ ਹਮੇਸ਼ਾ ਰਹਿੰਦੀ ਹੈ। ਇਸੇ ਤਰ੍ਹਾਂ ਇਉਂ ਜਾਣਨਾ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਇਹ ਮਾਤਲੋਕ ਦੇ ਵਿੱਚ ਪਰਦੇਸ ਦੇ ਵਿੱਚ ਆਏ ਹੋਏ ਹਾਂ ਅਤੇ ਹਮੇਸ਼ਾ ਸਾਡੇ ਹਿਰਦਿਆਂ ਵਿੱਚ, ਸਾਡੇ ਮਨਾਂ ਵਿੱਚ ਇਹ ਤਾਂਘ ਬਣੀ ਰਹੇ ਕਿ ਸਾਡੇ ਪਤੀ ਪਰਮੇਸ਼ਰ ਦਾ ਸਾਨੂੰ ਮਿਲਾਪ ਕਦੋਂ ਹੋਵੇਗਾ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਲ ਆਖਿਆ ਕਿ ਗੁਰੂ ਕਾ ਸਿੱਖ ਧਰਮ ਦੇ ਮਾਰਗ ਦੇ ਉੱਤੇ ਚੱਲਦਾ ਰਹੇ। ਸੰਤ ਕਾ ਮਾਰਗ ਧਰਮ ਕੇ ਪੌੜੀ, ਕੋ ਵਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ। ਧਰਮ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਤਰਾਈ ਕਾਲ ਸੱਤ ਕਰਕੇ ਜਾਣਨਾ ਹੈ ਕਿ ਉਹ ਹਮੇਸ਼ਾ ਰਹਿਣ ਵਾਲਾ ਹੈ, ਉਹ ਆਦਿ ਸੱਚ ਹੈ, ਉਹ ਜੁਗਾਦ ਸੱਚ ਹੈ, ਉਹ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਤਰ੍ਹਾਂ ਦੀ ਉਹ ਮੂਰਤ ਹੈ। ਸੋ ਇਹ ਮਨ ਦੇ ਵਿੱਚ ਹਮੇਸ਼ਾ ਧਾਰਨ ਕਰਕੇ ਰੱਖਣਾ ਕਿ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਸੱਤ ਹੈ, ਬਾਕੀ ਦ੍ਰਿਸ਼ਟ ਮਾਨ ਹੈ ਸਗਲ ਮਥਿਨਾ। ਜੋ ਦ੍ਰਿਸ਼ਟੀ ਵਿੱਚ ਆ ਰਿਹਾ ਹੈ, ਜੋ ਨਜ਼ਰਾਂ ਨਾਲ ਤੱਕ ਰਹੇ ਹੈ, ਜੋ ਅੱਖਾਂ ਦੇ ਨਾਲ ਦਿਖਾਈ ਦੇ ਰਿਹਾ ਹੈ, ਇਹ ਸਭ ਕੁਝ ਫਨਾ ਹੋਣ ਵਾਲਾ ਹੈ, ਫਾਨੀ ਹੈ ਸੰਸਾਰ, ਖਤਮ ਹੋਣ ਵਾਲਾ ਹੈ। ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਅੱਜ ਨਹੀਂ ਕੱਲ੍ਹ ਇਹ ਸਾਰੇ ਦਿਸਦੇ ਸੰਸਾਰ ਨੇ, ਦਿਸਦੀਆਂ ਵਸਤੂਆਂ ਨੇ, ਦਿਸਦੇ ਪਦਾਰਥਾਂ ਨੇ, ਦਿਸਦੇ ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਨੇ, ਈਵਨ ਇੱਥੋਂ ਤੱਕ ਖੁਦ ਤੂੰ ਵੀ ਇਸ ਦੁਨੀਆ ਤੋਂ ਚਲੇ ਜਾਣਾ। ਕਬੀਰ ਡੁੱਬੇ ਹੰਗੋਰੇ ਬਾਪੁਰੇ ਬਹੁ ਲੋਗਨ ਕੀ ਕਾਨ, ਪਾਰ ਉਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਇਹ ਹਮੇਸ਼ਾ ਮਨ ਦੇ ਵਿੱਚ ਧਾਰਨ ਕਰਕੇ ਰੱਖਣਾ। ਫਰੀਦਾ ਕਿੱਥੈ ਤੈਂਡੇ ਮਾਪਿਆ, ਜਿੰਨੀ ਤੂੰ ਜਣਿਆ ਓਹੇ, ਤੈ ਪਾਸੋਂ ਲੱਦ ਗਏ ਤੂੰ ਅਜੈ ਨਾ ਪਤੀਣੋ ਹੈ। ਕਿ ਇਹ ਸੰਸਾਰ ਦੇ ਵਿੱਚ ਬਾਕੀ ਦੁਨੀਆ ਚਲਦੀ ਜਾ ਰਹੀ ਹੈ, ਤੂੰ ਵੀ ਜਾਣਾ, ਸੰਗ ਚਲਤ ਹੈ ਹਮ ਪੀ ਚਲਣਾ। ਦੂਰ ਗਗਨ ਸਿਰ ਉੱਪਰ ਮਰਨਾ, ਬਾਦਸ਼ਾਹ ਸਾਹ ਵਾਪਾਰੀ ਮਰਨਾ। ਜੋ ਦੀਸੈ ਸੋ ਕਾਲੈ ਖਰਨਾ, ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਸ ਤਰ੍ਹਾਂ ਕਰਕੇ ਇਹ ਹਮੇਸ਼ਾ ਰੱਖਣਾ ਮਨ ਦੇ ਵਿੱਚ ਕਿ ਇਹ ਸੰਸਾਰ ਤੋਂ ਚੱਲਣੇ ਕੀ ਰੀਤੀ ਹੈ, ਇੱਥੋਂ ਤੁਰ ਜਾਣਾ ਹੈ। ਚੱਲਣ ਦਾ ਰੀਤੀ ਹੈ, ਰਿਵਾਜ ਹੈ, ਇੱਕ ਅਨੁਸ਼ਾਸਨ ਹੈ, ਇੱਕ ਮਿਤ ਮਰਿਆਦਾ ਹੈ ਕਿ ਜੋ ਉਪਜੋ ਸੋ ਬਿਨਸ ਹੈ। ਜੋ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ। ਇਸ ਤਰ੍ਹਾਂ ਵੈਰਾਗੀ ਬਣ ਕੇ ਸੰਸਾਰ ਦੇ ਵਿੱਚ ਵਿਚਰਨਾ। ਅਤੇ ਨਾਲ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਨੇ ਬਚਨ ਕੀਤਾ, ਵਿਸ਼ੰਬਰ ਦਾ ਸਿੱਖਾ
ਇਹ ਜਿਹੜਾ ਉਪਦੇਸ਼ ਜਾਂ ਸੰਸਾਰ ਦੀ ਨਾਸ਼ਮਾਨਤਾ ਦੀ ਗੱਲ ਅਸੀਂ ਕਹੀ ਹੈ, ਇਹ ਸਿਰਫ ਵੈਰਾਗ ਪੈਦਾ ਕਰਨ ਵਾਸਤੇ ਕਹੀ ਆ। ਉੱਦਾਂ ਜਿਹੜੀ ਆਤਮਾ ਹੈ, ਆਤਮਾ ਦਾ ਸਰੂਪ ਹੈ, ਇਹ ਜੀਵ ਬਣ ਗਈ, ਇਹਨੇ ਉਹ ਪਰਮ ਆਤਮਾ ਹੀ, ਪਰਮਾਤਮਾ ਦਾ ਹੀ ਸਰੂਪ ਬਣ ਗਿਆ। ਸੋ ਇਸ ਪ੍ਰਕਾਰ ਕਰਕੇ ਜਾਣਨਾ ਕਿ ਕਹੋ ਕਬੀਰ ਇਹੋ ਰਾਮ ਕੀ ਅੰਸ਼, ਅਸੀਂ ਉਸ ਰਾਮ ਦੀ ਰਮੇ ਹੋਏ ਵਾਹਿਗੁਰੂ ਪਰਮੇਸ਼ਰ ਦੀ ਅੰਸ਼ ਹਾਂ। ਅਤੇ ਇਸ ਨੂੰ ਜਾਣਨੇ ਦੇ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਦੇ ਨਾਲ, ਆਪਣੇ ਆਪੇ ਦੇ ਨਾਲ ਜੁੜ ਕੇ ਰਹਿਣਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੱਲ੍ਹ ਦੇ ਦੀਵਾਨ ਦੇ ਵਿੱਚ ਇਹ ਕਿਰਪਾ ਕੀਤੀ ਸੀ, ਸਿੱਖਿਆ ਬਖਸ਼ਿਸ਼ ਕੀਤੀ ਸੀ ਆਪਾਂ ਸਭਨਾਂ ਨੂੰ। ਅੱਗੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਿਵੇਂ ਹੋਰ ਬਖਸ਼ਿਸ਼ਾਂ ਕਰ ਰਹੇ ਆ, ਰਹਿਮਤਾਂ ਵਰਤਾ ਰਹੇ ਆ, ਆਓ ਬੜੇ ਪਿਆਰ ਦੇ ਨਾਲ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਜੋਗ ਕੀ ਰੀਤ ਹੈ ਮੈਂ ਤੋਹੇ ਕਹੀ ਬਣਾਏ। ਕਹਿੰਦੇ ਇਹ ਜੁੜਨ ਦੀ ਰੀਤੀ ਵਾਹਿਗੁਰੂ ਪਰਮੇਸ਼ਰ ਦੇ ਨਾਲ, ਜੋਗ ਨਾਮ ਜੁੜਨ ਦਾ ਵੀ ਹੈ ਅਤੇ ਜੋਗ ਨਾਮ ਜੋ ਯੋਗਾਸਨ ਕਰਦੇ ਆ ਯੋਗੀ, ਪਰਮਾਤਮਾ ਦੇ ਨਾਲ ਹੀ ਉਹ ਜੁੜਦੇ ਨੇ, ਵੱਖਰੇ ਵੱਖਰੇ ਆਸਣ ਕਰਕੇ, ਪ੍ਰਾਣਾਯਾਮ ਕਰਕੇ, ਕੁੰਡਲਿਨੀ ਜਾਗਰਤ ਕਰਕੇ, ਰੇਚਕ ਪੂਰਕ ਕੁੰਭਕ ਨਿਉਲੀ ਕਰਮ, ਨਿੱਤੀ ਕਰਮ ਇਤਿਆਦਿਕ ਜੋ ਕਰਦੇ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ 5 ਅਰਦਾਸਾਂ ਯੋਗ ਦੀਆਂ ਕਹਿਣਗੇ, ਉਸ ਤੋਂ ਅਗਾਂਹ ਹੋਰ ਅਰਦਾਸਾਂ, ਕੁੱਲ 26 ਅਰਦਾਸਾਂ ਇਸ ਅਧਿਆਏ ਵਿੱਚ, 75 ਇਸ ਤੋਂ ਪਹਿਲੇ ਵਿੱਚ ਆ ਚੁੱਕੀਆਂ। 101 ਅਰਦਾਸਾਂ ਦੇ ਭੇਦ ਜੋ ਸਤਿਗੁਰੂ ਨੇ ਭਾਈ ਵਿਸ਼ੰਬਰ ਦਾਸ ਨੂੰ ਸਮਝਾਏ। ਹੁਣ ਯੋਗ ਦੀਆਂ ਅਰਦਾਸਾਂ ਕਿਵੇਂ ਦੱਸ ਰਹੇ ਹੈ, ਆਓ ਬੜੇ ਪਿਆਰ ਦੇ ਨਾਲ ਜੁੜ ਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾ ਪੰਜ ਅਰਦਾਸਾਂ ਯੋਗ ਕੇ ਸੋਹਮ ਸਾਹਿਬ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਵਿਸ਼ੰਬਰ ਦਾਸ ਸਿੱਖਾ, ਕਹਿੰਦੇ ਹੁਣ ਅੱਗੇ ਸੁਣ 5 ਅਰਦਾਸਾਂ ਜਿਹੜੀਆਂ ਯੋਗ ਦੀਆਂ, ਯੋਗ ਸਾਧਨਾ ਕਰਨ ਵੇਲੇ, ਇਸ ਮਨ ਨੂੰ ਸਾਧਨ ਦੇ ਵੇਲੇ, ਇਸ ਤਨ ਨੂੰ ਸਾਧਨ ਦੇ ਵੇਲੇ, ਪਰਮਾਤਮਾ ਦੇ ਨਾਲ ਅਭੇਦ ਹੋਣ ਦੇ ਵੇਲੇ ਗੁਰੂ ਕੇ ਸਿੱਖ ਨੇ ਜਿਹੜੀਆਂ ਅਰਦਾਸਾਂ ਕਰਨੀਆਂ, ਉਹ 5 ਅਰਦਾਸਾਂ ਕਿਹੜੀਆਂ? ਕਹਿੰਦੇ ਜਿਵੇਂ ਜੋਗੀ ਕਰਦੇ ਆ ਨਾ, ਸੋਹੰ ਹੰਸਾ, ਉਹ ਜਾਪ ਕਰਦੇ ਆ ਸੋਹੰ ਹੰਸਾ, ਭਾਵ ਕਿ ਉਹ ਜੋ ਬ੍ਰਹਮ ਹੈ ਉਹ ਮੈਂ ਹਾਂ, ਜੋ ਮੈਂ ਹਾਂ ਉਹ ਬ੍ਰਹਮ ਹੈ। ਅਤੇ ਗੁਰਮਤ ਦੇ ਭਾਸ਼ਾ ਵਿੱਚ ਆਪਾਂ ਇਹਨੂੰ ਥੋੜ੍ਹਾ ਜਿਹਾ ਇਉਂ ਕਹਿ ਲਈਏ, ਕਿਉਂਕਿ ਉਹ ਤਾਂ ਸਿੱਧਾ ਕਹਿੰਦੇ ਆ ਨਾ ਕਿ ਉਹ ਪਰਮਾਤਮਾ ਹੀ ਮੈਂ ਹਾਂ, ਮੈਂ ਅਤੇ ਮੈਂ ਹੀ ਉਹ ਪਰਮਾਤਮਾ ਹਾਂ। ਗੁਰਮਤ ਦੀ ਭਾਸ਼ਾ ਵਿੱਚ ਇਹਨੂੰ ਇਉਂ ਆਖਿਆ ਜਾਂਦਾ ਹੈ ਕਿ ਉਹ ਪਾਰ ਬ੍ਰਹਮ ਪਰਮੇਸ਼ਰ ਜੋ ਹੈ, ਉਹ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ, ਉਸ ਪਰਮਾਤਮਾ ਦਾ ਸਰੂਪ ਮੇਰਾ ਆਪਣਾ ਆਪ ਹੈ। ਮਨ ਤੂੰ ਜੋਤ ਸਰੂਪ ਹੈ, ਹੇ ਮੇਰੇ ਮਨਾ ਤੂੰ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਜੋਤੀ ਦਾ ਹੀ ਸਰੂਪ ਹੈ, ਉਹਦੇ ਵਿੱਚੋਂ ਹੀ ਇੱਕ ਕਿਣਕਾ ਮਾਤਰ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸ਼ ਜੋ ਪਹਿਲਾਂ ਵਿਚਾਰਿਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋਣ ਦੇ ਲਈ ਗੁਰੂ ਕਾ ਸਿੱਖ ਇਹ ਪਹਿਲੀ ਅਰਦਾਸ ਕਰੇ। ਕੁੰਡਲੀ ਪ੍ਰਾਣ ਪਾਨ ਕੋ ਸਤਿਗੁਰ ਆਖੈ ਚੇਤ। ਫਿਰ ਜਿਹੜੀ ਕੁੰਡਲਨੀ ਨਾੜੀ ਜੋਗੀ ਜਾਗਰਤ ਕਰਦੇ ਆ, ਜਾਂ ਇਹਨੂੰ ਭੁਜੰਗਮਾ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸੱਪ ਵਾਂਗੂ ਬਲ ਖਾਧੇ ਹੁੰਦੇ ਆ। 3.5 ਚੱਕਰ, 3.5 ਵਲ ਮਾਰ ਕੇ ਸੁਖਮਣਾ ਨਾੜੀ ਦੇ ਉੱਪਰੋਂ ਦੀ, ਅਤੇ ਇਹ ਸਾਡੀ ਪਿੱਠ ਪਿੱਛੇ, ਜਿਹਨੂੰ ਜਿੱਥੇ ਆਪਾਂ ਕਹਿੰਦੇ ਆ ਕੰਗਰੋੜ, ਸੋ ਇਹ 6 ਚੱਕਰਾਂ ਦੇ ਵਿੱਚ ਇਹ ਸਮਾਈ ਹੁੰਦੀ ਹੈ। ਕਿਉਂਕਿ 7 ਚੱਕਰ ਜਿਹੜੇ ਮੰਨੇ ਗਏ ਹੈ ਜੋਗੀਆਂ ਦੁਆਰਾ, ਯੋਗਾ ਅਭਿਆਸ ਵਾਲਿਆਂ ਦੁਆਰਾ, ਯੋਗ ਮਤ ਦੁਆਰਾ। ਸੋ ਇਹ ਕੁੰਡਲਨੀ ਨਾੜੀ ਨੂੰ ਜਦੋਂ ਇਹ ਜੋਗੀ ਜਾਗਰਤ ਕਰਦੇ ਆ ਤਾਂ ਉਹ ਤੋਂ ਪਹਿਲਾਂ ਇਹਨਾਂ ਨੂੰ ਬਹੁਤ ਸਾਰੇ ਆਸਣ, ਕਿਰਿਆ ਕਰਮ ਕਰਨੇ ਪੈਂਦੇ ਹੈ, ਪ੍ਰਾਣ ਅਪਾਨ ਕਰਨਾ ਪੈਂਦਾ ਹੈ। ਸੋ ਨੇਤੀ ਕਰਮ ਕਰਦੇ ਆ, ਧੋਤੀ ਕਰਮ ਕਰਦੇ ਆ, ਬਸਤੀ ਕਰਮ ਕਰਦੇ ਆ। ਇਹਨਾਂ ਦੇ ਜੇ ਆਪਾਂ ਵਿਸਥਾਰ ਦੇ ਵਿੱਚ ਜਾਣਾ ਹੋਵੇ ਤਾਂ ਬਹੁਤ ਲੰਬਾ ਸਮਾਂ ਚਾਹੀਦਾ ਹੈ, ਪਰ ਆਪਾਂ ਥੋੜ੍ਹਾ ਜਿਹਾ ਵਿਚਾਰ ਲੈਂਦੇ ਹਾਂ ਵੀ ਨੇਤੀ ਕਰਮ ਜਾਂ ਨਿਉਲੀ ਕਰਮ ਜਿਹੜੇ ਇਹ ਕਰਦੇ ਹੈ ਇਹ ਕੀ ਹੁੰਦੇ ਆ। ਨਿਉਲੀ ਕਰਮ ਜਾਂ ਨੇਤੀ ਕਰਮ ਹੈ ਜਿਹੜਾ, ਸਾਰਿਆਂ ਤੋਂ ਪਹਿਲਾਂ ਨੇਤੀ ਕਰਮ ਕਰਦੇ ਹੈ, ਉਹ ਕੀ ਕਰਦੇ ਹੈ ਕਿ ਆਪਣੇ ਨੱਕ ਦੇ ਰਾਹੀਂ ਇੱਕ ਕੋਈ ਰੇਸ਼ਮੀ ਧਾਗਾ, ਕੋਈ ਨਰਮ ਜਿਹਾ ਧਾਗਾ ਨੱਕ ਦੇ ਰਾਹੀਂ ਨਾਸਿਕਾ ਦੇ ਵਿੱਚ ਪ੍ਰਵੇਸ਼ ਕਰਕੇ ਅਤੇ ਸੰਘ ਦੇ ਰਾਹੀਂ ਮੂੰਹ ਵਿੱਚੋਂ ਦੀ ਬਾਹਰ ਕੱਢ ਲੈਂਦੇ ਹੈ।
ਤੇ ਫਿਰ ਉਹਨੂੰ ਇੱਦਾਂ ਦੋਵੇਂ ਸਿਰਿਆਂ ਤੋਂ ਫੜ ਕੇ ਇੱਦਾਂ ਨੱਕ ਦੀ ਸਫਾਈ ਕਰਦੇ ਆ। ਉਹਨੂੰ ਕਹਿੰਦੇ ਆ ਜੋਗੀਆਂ ਦਾ ਨੇਤੀ ਕਰਮ। ਇਸੇ ਪ੍ਰਕਾਰ ਫਿਰ ਮੁੱਖ ਵਿੱਚੋਂ ਦੀ ਟਪਾ ਕੇ ਇਹਨੂੰ ਨਾਸਿਕਾ ਰਾਹੀਂ ਬਾਹਰ ਕੱਢਦੇ ਆ, ਨੱਕ ਦੀ ਸਫਾਈ ਕਰਦੇ ਆ। ਇਹਨੂੰ ਨੇਤੀ ਕਰਮ ਕਹਿੰਦੇ ਆ। ਇਸੇ ਤਰ੍ਹਾਂ ਜੋਗੀਆਂ ਦਾ ਜਿਹੜਾ ਧੋਤੀ ਕਰਮ ਹੈ, ਉਹ ਵੀ ਕੋਈ 3 ਕੁ ਉਂਗਲਾਂ ਚੌੜਾ ਇੱਕ ਕੱਪੜਾ ਲੈ ਕੇ, ਲੀਰ ਲੈ ਕੇ, ਕੋਈ 15-16 ਗਜ ਇਹ ਲੰਬਾ ਕੱਪੜਾ ਹੁੰਦਾ ਹੈ। ਉਹਨੂੰ ਆਪਣੇ ਮੁੱਖ ਦੇ ਦੁਆਰਾ ਅੰਦਰ ਲੰਘਾਈ ਜਾਂਦੇ ਆ ਤੇ ਪੇਟ ਵਿੱਚ ਜਾ ਕੇ ਟਿਕਾ ਲੈਂਦੇ ਆ। ਤੇ ਪੇਟ ਦੇ ਵਿੱਚ ਉਸ ਲੀਰ ਨੂੰ, ਉਸ ਕੱਪੜੇ ਨੂੰ ਚੰਗੀ ਤਰ੍ਹਾਂ ਘੁਮਾਉਂਦੇ ਆ ਮਿਹਦੇ ਦੀ ਅੰਤੜੀਆਂ ਦੀ ਸਫਾਈ ਦੇ ਲਈ। ਸਾਹ ਦੇ ਰਾਹੀਂ ਉਹਦਾ ਪਾਣੀ ਪੀਂਦੇ ਰਹਿੰਦੇ ਆ, ਨਾਲ ਇਹਦਾ ਕੱਪੜਾ ਅੰਦਰ ਲੰਘਾਈ ਜਾਂਦੇ ਆ। ਤੇ ਉਸ ਤੋਂ ਬਾਅਦ ਮਲ ਦੁਆਰ ਦੇ ਰਸਤੇ ਰਾਹੀਂ ਖਿੱਚ ਕੇ ਉਹਨੂੰ ਬਾਹਰ ਕੱਢ ਦਿੰਦੇ ਆ। ਜੋ ਗੰਦਗੀ ਵਗੈਰਾ ਹੁੰਦੀ ਹੈ ਅੰਦਰੋਂ ਬਾਹਰ ਨਿਕਲ ਜਾਂਦੀ ਹੈ, ਤਨ ਦੀ ਸਫਾਈ ਕਰਦੇ ਆ। ਇਹਨੂੰ ਕਹਿੰਦੇ ਆ ਧੋਤੀ ਕਰਮ। ਇਸੇ ਪ੍ਰਕਾਰ ਹੋਰ ਇਹਨਾਂ ਦੇ ਕਈ ਕਰਮ ਹੈ। ਬਸਤੀ ਕਰਮ ਹੈ। ਬਾਂਸ ਦੀ ਪੋਰੀ ਨੂੰ ਇਹ ਮਲ ਦੁਆਰ ਦੇ ਰਸਤੇ ਰਾਹੀਂ, ਉਹਦੇ ਰਾਹੀਂ ਪਾਣੀ ਅੰਦਰ ਨੂੰ ਚੜਾਉਂਦੇ ਹੈ ਤੇ ਪਾਣੀ ਦੇ ਰਾਹੀਂ ਪੇਟ ਦੀ ਸਫਾਈ ਕਰਕੇ ਪਾਣੀ ਨੂੰ ਬਾਹਰ ਕੱਢ ਦਿੰਦੇ ਹੈ। ਤੇ ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਨਿਉਲੀ ਕਰਮ ਹੁੰਦਾ ਇਹਨਾਂ ਦਾ ਕਿ ਪ੍ਰਾਣਾਂ ਦੇ ਰਾਹੀਂ ਅੰਦਰਲੀ ਹਵਾ ਜਿਹੜੀ ਹੈ ਪੇਟ ਦੇ ਵਿੱਚ, ਉਹਦੇ ਰਾਹੀਂ ਪੇਟ ਨੂੰ ਆਸੇ-ਪਾਸੇ, ਉੱਪਰ ਨੀਚੇ, ਚਾਰੇ ਪਾਸੇ ਘੁਮਾਉਂਦੇ ਹੈ ਤਾਂ ਕਿ ਪੇਟ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਵੇ। ਉਹਨੂੰ ਕਹਿੰਦੇ ਆ ਬਸਤੀ ਕਰਮ। ਤੇ ਉਸ ਤੋਂ ਬਾਅਦ ਫਿਰ ਇਹ ਗੁਰੂ ਪਿਆਰਿਓ ਕੀ ਕਰਦੇ ਆ, ਜਿਹੜੀ ਭੁਜੰਗਮਾ ਨਾੜੀ ਆ ਜਾਂ ਕੁੰਡਲਨੀ ਨਾੜੀ ਕਹਿੰਦੇ ਆਪਾਂ। ਕੁੰਡਲਨੀ ਤਾਂ ਕਹਿੰਦੇ ਕਿਉਂਕਿ ਉਹ 3.5 ਕੁੰਡਲ ਮਾਰ ਕੇ ਬੈਠੀ ਹੋਈ ਹੈ ਸਰੀਰ ਦੇ ਵਿੱਚ। ਸੋ ਕੁੰਡਲਨੀ ਨਾੜੀ ਨੂੰ ਜਾਗਰਤ ਕਰਨ ਦੇ ਲਈ ਇਹ ਪ੍ਰਾਣਾਂ ਦੁਆਰਾ ਹੀ ਇਹ ਪ੍ਰਾਣਾਯਾਮ ਕਰਦੇ ਆ। ਇਹ ਜਿਹੜੀ ਆਪਣੀਆਂ ਨਾਸਿਕਾ ਦੀਆਂ ਸੁਰਾਂ ਹੁੰਦੀਆਂ, ਇੱਕ ਚੰਦਰਮਾ ਦੀ ਸੁਰ ਹੁੰਦੀ ਹੈ, ਇੱਕ ਸੂਰਜ ਦੀ ਸੁਰ ਹੁੰਦੀ ਹੈ। ਸੂਰਜ ਦੀ ਸੁਰ ਚਲਾਉਂਦੇ ਹੈ, ਗਰਮ ਹੁੰਦੀ ਹੈ। ਸੂਰਜ ਦੀ ਤਾਸੀਰ ਗਰਮ ਹੈ, ਚੰਦਰਮਾ ਦੀ ਠੰਡੀ ਹੈ। ਤੇ ਉਹ ਸੂਰਜ ਦੀ ਸੁਰ ਚਲਾ ਕੇ ਤੇ ਉਸ ਜਿਹੜੀ ਭੁਜੰਗਮਾ ਜਾਂ ਕੁੰਡਲਨੀ ਨਾੜੀ ਹੈ, ਉਹਦੇ ਵਿੱਚ ਜੋ ਬਲਗਮ, ਕਫ ਇਤਿਆਦਿਕ ਜੰਮਿਆ ਹੁੰਦਾ ਹੈ, ਉਹਨੂੰ ਗਰਮ ਕਰਕੇ ਨਾ ਤੇ ਉਹਨੂੰ ਖੋਲ੍ਹ ਦਿੰਦੇ ਆ, ਉਹਦੀ ਸਫਾਈ ਕਰ ਦਿੰਦੇ ਆ ਚੰਗੀ ਤਰ੍ਹਾਂ। ਤੇ ਫਿਰ ਇਹਨੂੰ 6 ਚੱਕਰਾਂ ਦੇ ਵਿੱਚੋਂ ਦੀ ਲੰਘਾ ਕੇ 10ਵੇਂ ਦੁਆਰ ਤੱਕ ਇਹਦੇ ਰਾਹੀਂ ਪ੍ਰਾਣ ਲੈ ਕੇ ਜਾਂਦੇ ਆ। ਆਪਣੇ ਪ੍ਰਾਣਾਯਾਮ ਕਹਿੰਦੇ ਆ ਜਿਹਨੂੰ ਆਪਾਂ, ਪ੍ਰਾਣ ਲੈ ਕੇ ਜਾਂਦੇ ਆ। ਤੇ ਉਹਨਾਂ ਪ੍ਰਾਣਾਂ ਨੂੰ ਸਰੀਰ ਦੇ ਵਿੱਚ ਚੜਾਉਣਾ ਉੱਪਰ ਤੱਕ 10ਵੇਂ ਦੁਆਰ ਤੱਕ, ਫਿਰ ਉੱਥੇ ਪ੍ਰਾਣਾਂ ਨੂੰ ਟਿਕਾਉਣਾ ਤੇ ਪ੍ਰਾਣਾਂ ਨੂੰ ਹੇਠਾਂ ਉਤਾਰਨਾ। ਇਹਨੂੰ ਰੇਚਕ, ਕੁੰਭਕ ਤੇ ਪੂਰਕ ਦੀ ਕਿਰਿਆ ਕਿਹਾ ਜਾਂਦਾ ਹੈ, ਜਿਹਦਾ ਗੁਰਬਾਣੀ ਵਿੱਚ ਸਤਿਗੁਰਾਂ ਨੇ ਫਰਮਾਨ ਦਿੱਤਾ ਕਿ ਨਿਵਲੀ ਕਰਮ ਭੁਜੰਗਮ ਭਾਠੀ ਰੇਚਕ ਪੂਰਕ ਕੁੰਭ ਕਰੇ ਬਿਨ ਸਤਿਗੁਰ ਕਿਛ ਸੋਝੀ ਨਾਹੀ ਭਰਮੇ ਭੂਲਾ ਬੂਡ ਮਰੈ। ਸੋ ਜਿਹੜਾ ਰੇਚਕ ਹੈ ਉਹ ਹੈ ਪ੍ਰਾਣਾਂ ਨੂੰ ਹੇਠਾਂ ਉਤਾਰਨਾ। ਪੂਰਕ ਨਾਮ ਹੈ ਚੜਾਉਣ ਦਾ, ਪੂਰਕ ਚੜਾਉਣਾ, ਰੇਚਕ ਉਤਾਰਨਾ ਤੇ ਕੁੰਭਕ ਕਹਿੰਦੇ ਆ ਠਹਿਰਾਉਣਾ। ਇਹ ਕਿਰਿਆਵਾਂ ਜੋਗੀਆਂ ਦੁਆਰਾ ਕੀਤੀਆਂ ਜਾਂਦੀਆਂ ਹਨ ਕੁੰਡਲਨੀ ਨਾੜੀ ਨੂੰ ਜਾਗਰਤ ਕਰਨ ਦੇ ਲਈ, ਭੁਜੰਗਮਾ ਨਾੜੀ ਨੂੰ ਜਾਗਰਤ ਕਰਨ ਦੇ ਲਈ। ਤੇ ਪ੍ਰਾਣਾਂ ਦਾ ਜਿਹੜਾ ਪ੍ਰਾਣ ਅਪਾਨ ਕਰਨਾ, ਪ੍ਰਾਣਾਂ ਨੂੰ ਚੜਾਉਣਾ, ਕਿਉਂਕਿ ਪ੍ਰਾਣ ਜਿਹੜੀ ਪਾਉਣ ਹੈ ਨਾ ਸਰੀਰ ਦੇ ਵਿੱਚ, ਉਹਨੂੰ ਆਪਾਂ ਪ੍ਰਾਣ ਕਹਿੰਦੇ ਆ। ਤੇ 10 ਪ੍ਰਕਾਰ ਦੇ ਪ੍ਰਾਣ ਧਰਮ ਗ੍ਰੰਥਾਂ ਨੇ, ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਮੰਨੇ ਆ। ਇੱਕ ਤਾਂ ਹੈ ਪ੍ਰਾਣ, ਜਿਹੜਾ ਸਾਡੇ ਹਿਰਦੇ ਵਿੱਚ ਜਿਹੜੀ ਪਾਉਣ ਹੈ ਉਹਨੂੰ ਪ੍ਰਾਣ ਕਿਹਾ ਜਾਂਦਾ ਹੈ। ਤੇ ਇਸੇ ਪ੍ਰਕਾਰ ਅਪਾਨ ਜਿਹੜੀ ਹੈ ਸਾਡੇ ਉਦਰ ਦੇ ਵਿੱਚ ਹੈ, ਸਾਡੇ ਪੇਟ ਦੇ ਵਿੱਚ ਹੈ। ਸੋ ਇਸੇ ਤਰ੍ਹਾਂ ਪ੍ਰਾਣ, ਅਪਾਨ ਤੇ ਸਮਾਨ ਜੋ ਨਾਭੀ ਦੇ ਵਿੱਚ ਪਾਉਣ ਹੈ, ਨਾਭੀ ਦੇ ਵਿੱਚ ਸਾਡੀ ਧੁਨੀ ਦੇ ਵਿੱਚ, ਉਹਨੂੰ ਸਾਧ ਸੰਗਤ ਜੀ ਸਮਾਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਉਦਿਆਨ ਤੇ ਬਿਆਨ, ਕੰਠ ਦੇ ਵਿੱਚ ਉਦਿਆਨ ਤੇ ਜਿਹੜੇ ਸਾਡੇ ਸਾਰੀ ਬਾਡੀ ਵਿੱਚ, ਸਾਰੇ ਸਰੀਰ ਦੇ ਵਿੱਚ ਹਵਾ ਹੈ, ਉਹਨੂੰ ਕਿਹਾ ਜਾਂਦਾ ਹੈ ਉਦਿਆਨ। ਕਿਉਂਕਿ 5 ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਇਹਨਾਂ ਵਿੱਚੋਂ 5 ਤੱਤਾਂ ਵਿੱਚੋਂ ਇੱਕ ਤੱਤ ਹਵਾ ਦਾ ਹੈ। ਸੋ ਹਵਾ ਜਾਂ ਉਹ ਪ੍ਰਾਣ, ਇਹਦੇ ਵੱਖਰੇ ਵੱਖਰੇ ਭੇਦ, ਵੱਖਰੇ ਵੱਖਰੇ ਨਿਯਮ ਦੱਸੇ ਆ ਕਿ ਕਿਹੜਾ ਕਿੱਥੇ ਆ। ਜਦੋਂ ਆਪਾਂ ਨੂੰ ਡਕਾਰ ਆਉਂਦਾ ਹੈ, ਉਹ ਹਵਾ ਜਿਹੜੀ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਨਾਗ। ਤੇ ਕੂਰਮ ਕਹਿੰਦੇ ਆ ਜਿਹਦੇ ਨਾਲ ਸਾਡੇ ਨੇਤਰ ਖੁੱਲ੍ਹਦੇ ਆ, ਕਿਉਂਕਿ ਹਵਾ ਦੇ ਪ੍ਰੈਸ਼ਰ ਨਾਲ ਨੇਤਰ ਖੁੱਲ੍ਹਦੇ ਆ ਨਾ, ਆਪਣੇ ਦਬਾਅ ਦੇ ਨਾਲ।
ਇਹਨੂੰ ਕਿਹਾ ਜਾਂਦਾ ਕੂਰਮ। ਕ੍ਰਿਕਲ ਕਹਿੰਦੇ ਆ ਜਿਹਦੇ ਨਾਲ ਸਾਨੂੰ ਭੁੱਖ ਲੱਗਦੀ ਹੈ, ਅਤੇ ਇਸੇ ਪ੍ਰਕਾਰ ਦੇਵਦੱਤ ਜਿਹਦੇ ਨਾਲ ਸਾਨੂੰ ਉਬਾਸੀਆਂ ਆਉਂਦੀਆਂ। ਇਹ 10 ਪ੍ਰਕਾਰ ਦੇ ਪ੍ਰਾਣ ਜਿਹੜੇ ਆ ਉਹ ਵਿਦਵਾਨਾਂ ਮਹਾਂਪੁਰਖਾਂ ਨੇ ਮੰਨਿਆ। ਪਾਉਣ 10 ਸੁਨੋ ਨਾਮ ਪ੍ਰਾਨ ਹੈ ਅਪਾਨ ਦਊ, ਜਾਨੀਏ ਸਮਾਨ ਉਦਿਆਨ ਹੈ ਬਿਆਨ ਸੋ, ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੈ, 10ਵੀਂ ਧਨੰਜੈ ਨਾਮ ਕਰਤ ਬਖਾਨ ਸੋ। ਧਨੰਜੈ ਵੀ ਇੱਕ ਪ੍ਰਾਣ ਦੀ ਕਿਸਮ ਹੈ। 10ਵੀਂ ਜਦੋਂ ਮਰਨ ਤੋਂ ਬਾਅਦ ਸਰੀਰ ਫੁੱਲ ਜਾਂਦਾ ਹੈ, ਉਹ ਧਨੰਜੈ ਪ੍ਰਾਣਾ ਕਰਕੇ, ਧਨੰਜੈ ਹਵਾ ਕਰਕੇ ਫੁੱਲਦਾ ਹੈ, ਬਾਡੀ ਫੁੱਲ ਜਾਂਦੀ ਹੈ। ਆਪਾਂ ਕਹਿੰਦੇ ਸਰੀਰ ਫੁੱਲ ਗਿਆ ਮਰਨ ਤੋਂ ਬਾਅਦ। ਸੋ ਇਹ 10 ਪ੍ਰਕਾਰ ਦੇ ਪ੍ਰਾਣ ਹੈ। ਸੋ ਪ੍ਰਾਣ ਅਪਾਨ ਦੀ ਜਿਹੜੀ ਇਹ ਕਿਰਿਆ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹੈ। ਕਹਿੰਦੇ ਕੁੰਡਲੀ ਪ੍ਰਾਣ ਅਪਾਨ ਕੋ ਸਤਿਗੁਰ ਰਾਖੈ ਚੇਤ। ਸੋ ਇੱਥੇ 99 ਅਰਥ ਕਰਾਂਗੇ। ਕੁੰਡਲੀ ਚੇਤ ਭਾਵ ਕੁੰਡਲੀ ਨੂੰ ਚੇਤਨ ਕਰਨ ਵਾਸਤੇ, ਕੁੰਡਲੀ ਨੂੰ ਜਾਗਰਤ ਕਰਨ ਵਾਸਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਜਿਹੜਾ ਮੈਂ ਕੁੰਡਲਨੀ ਨਾੜੀ ਨੂੰ ਜਾਗਰਤ ਕਰਨ ਵਾਸਤੇ ਪ੍ਰਾਣ ਅਪਾਨ ਇਤਿਆਦਿਕ ਕਿਰਿਆ ਕਰਨੀ ਹੈ ਨਾ, ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਪਵੇ। ਕਿਉਂਕਿ ਕੁੰਡਲਨੀ ਨਾੜੀ ਨੂੰ ਜਦੋਂ ਜਾਗਰਤ ਕਰਦੇ ਹੈ ਅਤੇ ਪ੍ਰਾਣ ਚੜ੍ਹਾਉਂਦੇ ਆ 10ਵੇਂ ਦੁਆਰ ਦੇ ਵਿੱਚ, ਅਤੇ ਕਈ ਵਾਰੀ ਉਹ ਜਾਨਲੇਵਾ ਵੀ ਹੋ ਜਾਂਦਾ। ਕਈ ਵਾਰੀ ਸਰੀਰ ਦੇ ਵਿੱਚ ਕਈ ਨੁਕਸ ਵੀ ਪੈ ਜਾਂਦੇ ਆ ਉਹਦੇ ਨਾਲ, ਅਤੇ ਇਸ ਪ੍ਰਕਾਰ ਦਾ ਕੋਈ ਨੁਕਸ ਨਾ ਪਵੇ, ਕਿਤੇ ਪ੍ਰਾਣ ਪੰਖੇਰੂ ਹਮੇਸ਼ਾ ਵਾਸਤੇ ਨਾ ਉੱਡ ਜਾਣ। ਸੋ ਕੁੰਡਲਨੀ ਨਾੜੀ ਜਾਗਰਤ ਕਰਨ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਚਰਨਾਂ ਦੇ ਵਿੱਚ ਕਿ ਸਤਿਗੁਰੂ ਸਾਹਿਬ ਜੀ ਮੇਰੀ ਰੱਖਿਆ ਕਰਨ। ਕਿਉਂਕਿ ਕੁੰਡਲਨੀ ਉਰਜੀ ਸਤਸੰਗਤ, ਕੁੰਡਲਨੀ ਸੁਰਜੀ ਸਤਸੰਗਤ, ਜੋ ਭੱਟਾਂ ਦੇ ਸਵਈਆਂ ਦੇ ਵਿੱਚ ਵੀ ਇਹ ਵਚਨ ਆਉਂਦਾ ਹੈ ਕਿ ਇਹ ਜਿਹੜਾ ਪ੍ਰਾਣਾਯਾਮ ਜਾਂ ਯੋਗਾ ਅਭਿਆਸ ਹੈ ਗੁਰੂ ਕੇ ਸਿੱਖ ਵਾਸਤੇ ਗੁਰੂ ਕੀ ਸੰਗਤ ਹੈ। ਗੁਰੂ ਕੀ ਸੰਗਤ ਦੇ ਵਿੱਚ ਸਵਾਸ ਵਾਹਿਗੁਰੂ ਨਾਮ ਜਪਣਾ, ਇਹਦੇ ਨਾਲ ਕੁੰਡਲਨੀ ਨਾੜੀ ਜਾਗਰਤ ਹੁੰਦੀ ਹੈ। ਜਿਨਹੋ ਬਾਤ ਨਿਸ਼ਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ, ਤਿਨ ਤਰਿਓ ਸਮੁੰਦਰ ਰੁਦਰ ਖਿਨ ਇੱਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ, ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮੱਚਾ। ਸਤਸੰਗਤ ਦੇ ਵਿੱਚ ਆ ਕੇ ਜੋ ਪਰਮ ਆਨੰਦ ਦੀ ਪ੍ਰਾਪਤੀ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਹੋਣੀ ਹੈ, ਸੋ ਇਹਦੇ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਗੁਰੂ ਕਾ ਸਿੱਖ ਕਿ ਮਹਾਰਾਜ ਸੱਚੇ ਪਾਤਸ਼ਾਹ ਸਹਿਜੇ ਹੀ ਇਹ ਕੁੰਡਲਨੀ ਨਾੜੀ ਜਾਗਰਿਤ ਹੋ ਜਾਵੇ। ਅਨਹਦ ਉਠੈ ਚਮਕਾਰ ਜਬ ਸਤਿਗੁਰ ਨਾਮ ਚਿਤਾਰ। ਹਾਂ, ਇਸ ਤਰ੍ਹਾਂ ਕੁੰਡਲਨੀ ਨਾੜੀ ਜਾਗਰਤ ਜਦੋਂ ਉਹਨਾਂ ਯੋਗੀਆਂ ਦੀ ਹੋ ਜਾਂਦੀ ਹੈ, ਜੁੜੇ ਹੋਇਆਂ ਦੀ ਹੋ ਜਾਂਦੀ ਹੈ, 10ਮ ਦੁਆਰ ਸਵਾਸ ਚੜ੍ਹਾਉਣ ਵਾਲਿਆਂ ਦੀ ਹੋ ਜਾਂਦੀ ਹੈ, ਜਿਨ੍ਹਾਂ ਦਾ 10ਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ਉੱਪਰ ਹਾਟ ਆਟ ਪਰ ਆਲਾ ਆਲੇ ਭੀਤਰ ਥਾਤੀ, ਇਹ 10ਮ ਦੁਆਰਾ ਖੁੱਲ੍ਹ ਜਾਂਦਾ ਹੈ, ਤਾਂ ਫਿਰ ਉਹਨਾਂ ਨੂੰ ਅਨਹਦ ਸ਼ਬਦ ਸੁਣਨ ਲੱਗ ਪੈਂਦੇ ਆ। ਅਨਹਦ ਜਾਂ ਅਨਹਦ ਇੱਕੋ ਹੀ ਅਰਥ ਹੈ। ਅਨਹਦ ਜਿਹਦੀ ਹੱਦ ਕੋਈ ਨਾ ਹੋਵੇ, ਖਾਤਮਾ ਕੋਈ ਨਾ ਹੋਵੇ, ਲਗਾਤਾਰ ਚੱਲਦੇ ਰਹਿਣ, ਕੰਟੀਨਿਊ ਚੱਲਣ ਵਾਲੀ ਧੁਨ, ਉਹਨੂੰ ਕਿਹਾ ਜਾਂਦਾ ਅਨਹਦ। ਅਤੇ ਅਨਹਤ ਜਿਹੜਾ ਬਿਨਾਂ ਕਿਸੇ ਹੱਥ ਤੋਂ ਸੱਟ ਤੋਂ, ਜਿੱਦਾਂ ਆਪਾਂ ਕਿਸੇ ਚੀਜ਼ ਦੇ ਉੱਤੇ ਸੱਟ ਮਾਰਦੇ ਹਾਂ ਤਾਂ ਆਵਾਜ਼ ਪੈਦਾ ਹੁੰਦੀ ਹੈ ਨਾ, ਅਤੇ ਉਹ ਬਿਨਾਂ ਹੀ ਕਿਸੇ ਆਵਾਜ਼ ਤੋਂ ਜਿਹੜਾ ਨਾਦ ਪੈਦਾ ਹੋ ਰਿਹਾ, ਜਿਹੜਾ ਸ਼ਬਦ ਪੈਦਾ ਹੋ ਰਿਹਾ, ਜਿਹਨੂੰ ਆਪਾਂ ਆਨੰਦ ਸਾਹਿਬ ਵਿੱਚ ਪੜ੍ਹਦੇ ਹਾਂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਸੋ ਉਹ ਜਿਹੜੇ 5 ਸ਼ਬਦ ਹੈ, ਇਹ 5 ਸ਼ਬਦ ਜੋ ਵਿਦਵਾਨਾਂ ਨੇ ਮੰਨੇ ਹੈ, ਤਤ ਤੰਤੀ ਵਿੱਚ ਚਰਮ ਕਾ ਘਨ ਕਾਸੀ ਕੋ ਜਾਨ, ਨਾਦ ਸ਼ਬਦ ਘਟ ਕੋ ਕਹੈ ਸਵਾਸ ਸੁਖਰ ਪਹਿਚਾਨ। ਇਹ ਜੋਗੀਆਂ ਨੇ, ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ ਇਹ 5 ਸ਼ਬਦ ਮੰਨੇ ਹੈ ਕਿ ਸਭ ਤੋਂ ਪਹਿਲਾਂ ਤਤ ਤੰਤੀ, ਜਿਹੜਾ ਤਤ ਸ਼ਬਦ ਹੈ, ਇਹ ਤੰਤੀ ਸਾਜ਼ਾਂ ਵਰਗੀ ਇਹਦੀ ਆਵਾਜ਼ ਹੁੰਦੀ ਹੈ। ਤੰਤੀ ਨਾਮ ਹੈ ਤਾਰ ਦਾ, ਜਿਵੇਂ ਤਾਰ ਤੋਂ, ਤੁੰਬੀ ਤੋਂ, ਸਿਤਾਰ ਤੋਂ, ਬੈਂਜੋ ਤੋਂ ਇਤਿਆਦਿਕ ਜਿਹੜੇ ਦੋਤਾਰਾ ਵਗੈਰਾ ਤਾਰ ਵਾਲੇ ਸਾਜ਼ ਹੈ, ਉਹਨਾਂ ਵਿੱਚੋਂ ਪਤਲੀ ਔਰ ਸੁਰੀਲੀ ਆਵਾਜ਼ ਪੈਦਾ ਹੁੰਦੀ ਹੈ। ਇਸ ਤਰ੍ਹਾਂ ਦੀ ਆਵਾਜ਼ ਫਿਰ ਉਹ ਯੋਗਾ ਅਭਿਆਸ ਕਰਨ ਵਾਲਿਆਂ ਨੂੰ, ਨਾਮ ਅਭਿਆਸ ਕਰਨ ਵਾਲਿਆਂ ਨੂੰ, ਜਿਨ੍ਹਾਂ ਦੇ 5 ਸ਼ਬਦ ਵੱਜ ਜਾਂਦੇ ਆ, ਉਹਨਾਂ ਨੂੰ ਸੁਣਾਈ ਦਿੰਦੀ ਹੈ। ਅਤੇ ਫਿਰ ਦੂਜਾ ਸ਼ਬਦ ਹੈ ਵਿੱਤ। ਵਿੱਤ ਕਹਿੰਦੇ ਆ ਚਰਮ ਕਾ, ਚਮੜੇ ਦਾ ਜਿਹੜਾ ਨਾਦ ਹੈ, ਚਮੜੇ ਦੀ ਆਵਾਜ਼ ਹੈ। ਜਿਵੇਂ ਚਮੜਾ ਕਸਿਆ ਹੁੰਦਾ, ਜਿੱਦਾਂ ਆਪਣੇ ਸਾਹਮਣੇ ਨਗਾਰਾ ਪਿਆ, ਇਹਦੀ ਆਵਾਜ਼ ਆਉਂਦੀ ਹੈ। ਢੋਲਕ ਹੈ, ਇਸੇ ਪ੍ਰਕਾਰ ਤਬਲਾ ਹੈ। ਇਹਨਾਂ ਦੀ ਜਿਹੜੀ ਆਵਾਜ਼ ਆ ਨਾ, ਇਸ ਤਰ੍ਹਾਂ ਦੀ ਆਵਾਜ਼ ਜਿਹੜੀ ਸੁਣਨੀ ਹੈ, ਇਹਨੂੰ ਕਿਹਾ ਜਾਂਦਾ ਵਿੱਤ ਚਰਮ ਕਾ। ਤਤ ਤੰਤੀ ਵਿੱਤ ਚਰਮ ਕਾ ਘਨ ਕਾਸੀ ਕੋ ਜਾਨ। ਜਿਵੇਂ ਇਹ ਤੀਜਾ ਸ਼ਬਦ ਹੈ ਘਨ,
ਘਨ ਦਾ ਨਾਦ ਜਾਂ ਘਨ ਦਾ ਸ਼ਬਦ, ਘਨ ਦੀ ਆਵਾਜ਼, ਜਿਹੜਾ ਪੰਜ ਸ਼ਬਦਾਂ ਦੇ ਵਿੱਚੋਂ ਤੀਜਾ ਸ਼ਬਦ ਹੈ, ਉਹ ਕਿਸ ਤਰ੍ਹਾਂ ਦੀ ਹੁੰਦੀ ਹੈ? ਜਿਵੇਂ ਆਪਾਂ ਕਾਂਸੀ ਦੇ ਭਾਂਡੇ ਦੇ ਉੱਤੇ ਕੋਈ ਟਕੋਰ ਮਾਰਦੇ ਹਾਂ ਅਤੇ ਉਹਦੀ ਆਵਾਜ਼ ਬੜੀ ਮਿੱਠੀ ਨਿਕਲਦੀ ਹੈ, ਇਸ ਤਰ੍ਹਾਂ ਦਾ ਨਾਦ ਨਾਮ ਅਭਿਆਸੀਆਂ ਨੂੰ ਸੁਣਦਾ ਹੈ। ਅਤੇ ਇਸੇ ਪ੍ਰਕਾਰ ਨਾਦ ਸ਼ਬਦ ਘਟ ਕੋ ਕਹੈ। ਅਤੇ ਜਿਹੜਾ ਨਾਦ ਸ਼ਬਦ ਦਾ ਨਾਦ, ਜਿਵੇਂ ਘਟ ਦਾ ਘੜੇ ਦੀ ਆਵਾਜ਼ ਹੁੰਦੀ ਹੈ, ਜਾਂ ਜਿੱਦਾਂ ਬੱਦਲ ਗਰਜਦੇ ਆ, ਖਾਲੀ ਘੜੇ ਦੇ ਉੱਤੇ ਹੱਥ ਮਾਰੀਏ ਨਾ ਉਹਦੇ ਮੂੰਹ ਦੇ ਉੱਤੇ, ਉਹ ਨਾਦ ਪੈਦਾ ਹੁੰਦਾ, ਜਾਂ ਜਿੱਦਾਂ ਬੱਦਲਾਂ ਦੀ ਗਰਜਣਾ ਹੁੰਦੀ ਹੈ, ਇਸ ਤਰ੍ਹਾਂ ਦਾ ਜਿਹੜਾ ਨਾਦ ਪੈਦਾ ਹੁੰਦਾ ਹੈ, ਸੋ ਉਹਨੂੰ ਕਿਹਾ ਜਾਂਦਾ ਨਾਦ ਸ਼ਬਦ ਘਟ ਕੋ ਕਹੈ। ਸਵਾਸ ਸੁਖਰ ਪਹਿਚਾਨ। ਇਸੇ ਤਰ੍ਹਾਂ ਜਿਹੜਾ ਹੈਗਾ ਸੁਖਰ ਸ਼ਬਦ ਹੈ, ਸਵਾਸਾਂ ਦਾ, ਸੋ ਸਵਾਸ ਸੁਖਰ ਇਹ ਕਿਸ ਸ਼ਬਦ ਨੂੰ ਕਿਹਾ ਜਾਂਦਾ ਹੈ? ਜਿਵੇਂ ਆਪਾਂ ਕਿਸੇ ਨਲਕੀ ਦੇ ਵਿੱਚ, ਬੰਸਰੀ ਦੇ ਵਿੱਚ ਕਹਿ ਲਓ, ਆਪਾਂ ਹਵਾ ਮਾਰਦੇ ਹਾਂ, ਫੂਕ ਮਾਰਦੇ ਹਾਂ, ਅਤੇ ਫੂਕ ਮਾਰਨ ਦੇ ਨਾਲ ਉਹਦੇ ਵਿੱਚੋਂ ਨਾਦ ਪੈਦਾ ਹੁੰਦਾ, ਸ਼ਬਦ ਪੈਦਾ ਹੁੰਦਾ। ਇਸ ਤਰ੍ਹਾਂ ਦੀ ਆਵਾਜ਼ ਜਿਹੜਾ ਪੰਜਵਾਂ ਸ਼ਬਦ ਹੈ, ਪੰਜ ਸ਼ਬਦ ਹੈ, ਉਹ ਨਾਮ ਅਭਿਆਸੀਆਂ ਨੂੰ ਸੁਣਾਈ ਦੇਣ ਲੱਗ ਜਾਂਦੇ ਆ। ਅਨਹਦ ਹੀ, ਬਿਨਾਂ ਕਿਸੇ ਹੱਦ ਤੋਂ, ਸੱਟ ਤੋਂ, ਔਰ ਅਨਹਦ ਬਿਨਾਂ ਕਿਸੇ ਹੱਦ ਤੋਂ, ਲਿਮਟਲੈਸ, ਲਗਾਤਾਰ ਉਹ ਸ਼ਬਦ ਜਿਹੜੇ ਉਹਨਾਂ ਨੂੰ ਸੁਣਾਈ ਦਿੰਦੇ ਹੈ, ਔਰ ਉਹਨਾਂ ਦੀ ਸੁਰਤ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਪੰਜ ਸ਼ਬਦ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਨਹਦ ਉੱਠੈ ਝੁਣਕਾਰ ਜਬ। ਜਦੋਂ ਇਹਨਾਂ ਅਨਹਦ ਸ਼ਬਦਾਂ ਦੀ ਝੁਣਕਾਰ ਉੱਠ ਪਵੇ, ਲਗਾਤਾਰ ਇਹ ਚੱਲਦੇ ਰਹਿਣ, ਲਗਾਤਾਰ ਇਹਨਾਂ ਦੀ ਆਵਾਜ਼ ਸੁਣਾਈ ਦੇਵੇ, ਤਾਂ ਉਸ ਵੇਲੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਸਤਿਗੁਰ ਨਾਮ ਚਿਤਾਰ, ਕਿ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੇ ਆਪ ਜੀ ਇੰਨੀ ਕਿਰਪਾ ਕਰ ਦਿਓ, ਅਨਹਦ ਸ਼ਬਦ ਮੇਰੇ ਵੱਜ ਪੈਣ, ਤਾਂ ਆਪ ਜੀ ਕਿਰਪਾ ਕਰਿਓ ਕਿਤੇ ਮੈਂ ਉਹਨਾਂ ਦੇ ਰਸ ਦੇ ਵਿੱਚ ਹੀ ਲੰਪਟ ਹੋ ਕੇ ਆਪ ਜੀ ਨੂੰ ਨਾ ਭੁੱਲ ਜਾਵਾਂ। ਮੈਂ ਫਿਰ ਵੀ ਸਤਿਗੁਰੂ ਜੀ ਦਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਚਿਤਾਰਦਾ ਰਹਾਂ, ਮੈਂ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਾਂ। ਹੋਏ ਧਿਆਨ ਗੁਰ ਗਿਆਨ, ਚੌਥੀ ਲੀਜੈ ਧਾਰ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਦੋਂ ਤੂੰ ਕੋਈ ਗੁਹਜ ਧਿਆਨ ਲਾਉਣਾ, ਗੁਹਜ ਜੋ ਗੁਪਤ ਹੈ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਸਾਡੇ ਸਰੀਰ ਦੇ ਉੱਤੇ ਜਿਹੜੇ 9 ਦੁਆਰ ਪ੍ਰਤੱਖ ਰੂਪ ਦੇ ਵਿੱਚ, ਪ੍ਰਗਟ ਰੂਪ ਵਿੱਚ ਹੈ, ਅਤੇ 10ਵਾਂ ਜਿਹੜਾ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਗੁਪਤ ਹੈ। ਅਤੇ ਜਦੋਂ ਇਹ ਗੁਪਤ ਨੂੰ ਪ੍ਰਗਟ ਕਰਨਾ, 10ਵੇਂ ਦੁਆਰੇ ਨੂੰ ਪ੍ਰਗਟ ਕਰਨਾ ਧਿਆਨ ਦੇ ਦੁਆਰਾ, 10ਵੇਂ ਦੁਆਰ ਵਿੱਚ ਧਿਆਨ, ਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਧਿਆਨ ਨੂੰ ਟਿਕਾਉਣ ਦੀ ਕਿਰਿਆ ਦੇ ਦੌਰਾਨ ਇਹ ਚੌਥੀ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਰਨੀ ਹੈ ਕਿ ਮੇਰਾ ਇਹ 10ਵਾਂ ਦੁਆਰਾ ਜਾਗਰਤ ਹੋ ਜਾਵੇ, ਮੈਂ ਇਹ ਗੁਪਤ ਦੁਆਰੇ ਨੂੰ ਪ੍ਰਗਟ ਕਰ ਲਵਾਂ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਕਿਉਂਕਿ ਸਾਡੀਆਂ 2 ਅੱਖਾਂ, 2 ਨਾਸਕਾਂ, ਮੂੰਹ ਅਤੇ 2 ਕੰਨ, ਇਸੇ ਪ੍ਰਕਾਰ ਮਲ ਦੁਆਰ ਦੇ ਰਸਤੇ, ਇਹ ਜਿਹੜੇ 9 ਜਿਹੜੇ ਛੇਦ ਹੈ ਸਰੀਰ ਦੇ ਵਿੱਚ, ਇਹ 9 ਦੁਆਰੇ ਪ੍ਰਗਟ ਰੂਪ ਵਿੱਚ ਹੈ, ਅਤੇ 10ਵਾਂ ਅਕਾਲ ਪੁਰਖ ਵਾਹਿਗੁਰੂ ਨੇ ਗੁਪਤ ਰਖਾਇਆ ਹੈ। ਸੋ ਇਸ ਗੁਪਤ ਰਸਤੇ ਨੂੰ ਖੋਲ੍ਹਣ ਦੇ ਲਈ, 10ਵੇਂ ਦੁਆਰ ਨੂੰ ਖੋਲ੍ਹਣ ਦੇ ਲਈ ਮੇਰਾ ਧਿਆਨ ਗੁਰੂ ਚਰਨਾਂ ਵਿੱਚ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਗਿਆਨ ਬਖਸ਼ਣ, ਸੋਝੀ ਬਖਸ਼ਣ। ਇਸ ਪ੍ਰਕਾਰ ਚੌਥੀ ਅਰਦਾਸ ਕਰਨੀ ਹੈ। ਹਾਂ, ਜਦੋਂ ਇੱਦਾਂ ਧਿਆਨ ਸਾਧਨਾ ਕਰਦਿਆਂ ਕਰਦਿਆਂ, ਸਵਾਸ ਸਵਾਸ ਜਪਦਿਆਂ ਜਪਦਿਆਂ ਅੰਦਰ ਨੂੰ ਸਾਹ ਜਾਂਦਾ, ਵਾਹੇ ਬਾਹਰ ਨੂੰ ਆਉਂਦਾ, ਗੁਰੂ ਵਾਹਿਗੁਰੂ 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 ਜਪਦਿਆਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੈਨੂੰ 4 ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਧਰਮ, ਅਰਥ, ਕਾਮ, ਮੋਖ, ਭਾਵ ਸਭ ਕੁਝ ਹੀ ਪ੍ਰਾਪਤ ਹੋ ਜਾਵੇ। 4 ਪ੍ਰਕਾਰ ਦੀ ਵੰਡ ਕੀਤੀ ਗਈ ਆ ਪਦਾਰਥਾਂ ਦੀ। ਸੋ 4 ਹੀ ਪਦਾਰਥ ਤੈਨੂੰ ਪ੍ਰਾਪਤ ਹੋ ਜਾਣ, ਤੇਰੇ ਵੱਸ ਵਿੱਚ ਆ ਜਾਣ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਫਿਰ ਵੀ ਇਹ ਅਰਦਾਸ ਬੇਨਤੀ ਕਰਨੀ ਆ, ਮਹਾਰਾਜ ਮੈਨੂੰ ਇਹ 4 ਪਦਾਰਥ ਜਿਹੜੇ ਮਿਲ ਗਏ ਆ, ਇਹ ਹਾਥ ਗੁਰ, ਸਤਿਗੁਰ ਸੱਚੇ ਪਾਤਸ਼ਾਹ ਮੈਂ ਇਹਨਾਂ ਦੇ ਹੱਥ ਵਿੱਚ ਨਾ ਆ ਜਾਵਾਂ, ਇਹ ਮੇਰੇ ਹੱਥ ਵਿੱਚ ਰਹਿਣ, ਕਿਤੇ ਮੈਨੂੰ ਇਹ ਕੰਟਰੋਲ ਨਾ ਕਰ ਲੈਣ, ਮੈਂ ਇਹਨਾਂ ਵਿੱਚ ਉਲਝ ਜਾਵਾਂ। ਇਹ ਜਿਹੜੇ 4 ਪਦਾਰਥ ਹੈ ਮੇਰੇ ਕੰਟਰੋਲ ਦੇ ਵਿੱਚ ਰਹਿਣ, ਮੈਂ ਜਿਹਨੂੰ ਚਾਹਾਂ ਰਿੱਧੀਆਂ ਸਿੱਧੀਆਂ ਦੁਆਰਾ ਮਾਇਆ ਬਖਸ਼ ਦਿਆਂ, ਜਿਹਨੂੰ ਚਾਹਾਂ ਕੋਈ ਵੀ ਬਖਸ਼ਿਸ਼ ਕਰ ਦੇਵਾਂ, ਜਿਹਨੂੰ ਨਾ ਚਾਹਾਂ ਨਾ ਕਰਾਂ, ਇਹ ਮੇਰੇ ਵੱਸ ਵਿੱਚ ਹੁਣ, ਮੇਰੇ ਤੋਂ ਉੱਪਰ ਦੀ ਨਾ ਪੈਣ। ਕਿਉਂਕਿ ਕਈ ਸਾਧਕ ਜਿਹੜੇ ਆ, ਸਾਧਨਾ ਕਰਨ ਵਾਲੇ, ਉਹਨਾਂ ਨੂੰ ਇਹ ਪਦਾਰਥ ਤਾਂ ਪ੍ਰਾਪਤ ਹੋ ਜਾਂਦੇ ਆ, ਪਰ ਗੁਰੂ ਪਿਆਰਿਓ ਉਹ ਇਹਨਾਂ ਵਿੱਚ, ਇਹਨਾਂ ਰਿੱਧੀਆਂ ਸਿੱਧੀਆਂ ਦੇ ਵਿੱਚ ਫਿਰ ਉਲਝ ਕੇ ਰਹਿ ਜਾਂਦੇ ਆ।
ਜਿਹਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਦਾ ਮੋਹ ਹੈ, ਇਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਣ ਨਹੀਂ ਦਿੰਦੀਆਂ। ਰਿੱਧ ਸਿੱਧ ਅਵਰਾ ਸਾਧ, ਇਹ ਅਵਰਾ ਸਾਧ ਹੈ, ਹੋਰ ਤਰ੍ਹਾਂ ਦੇ ਸਵਾਦ ਹੈ, ਵਾਹਿਗੁਰੂ ਦੇ ਨਾਮ ਦਾ ਸਵਾਦ ਨਹੀਂ ਹੈ। ਸੋ ਸਤਿਗੁਰੂ ਜੀ ਮੇਰੇ ਮਨ ਵਿੱਚ ਵਾਹਿਗੁਰੂ ਦੇ ਨਾਮ ਦਾ ਸਵਾਦ ਆਵੇ, ਮੈਂ ਉਸ ਨਾਮ ਦੇ ਸਵਾਦ ਨੂੰ ਚੱਖਦਾ ਰਹਾਂ। ਇਹ ਰਿੱਧੀਆਂ ਸਿੱਧੀਆਂ ਹਮੇਸ਼ਾ ਮੇਰੇ ਕੰਟਰੋਲ ਵਿੱਚ, ਮੇਰੇ ਅਧੀਨ ਰਹਿਣ। ਹਾਂ, ਪੰਜਵੀਂ ਅਰਦਾਸ ਚਾਰ ਪਦਾਰਥਾਂ ਵਾਲੀ ਕਰਨ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਫਿਰ ਗੁਰੂ ਕਾ ਸਿੱਖ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੇ ਕਿ ਪੂਰਨ ਪੂਰੀ ਪਾਏਗੋ। ਜਿਹੜਾ ਪੂਰਨ ਸਤਿਗੁਰੂ ਹੈ ਨਾ, ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਹੋ, ਮਨ ਕਿਉ ਬੈ ਰਾਗ ਕਰੇਗਾ ਸਤਿਗੁਰ ਮੇਰਾ ਪੂਰਾ। ਸੋ ਜਿਹੜਾ ਉਹ ਪੂਰਨ ਸਤਿਗੁਰੂ ਹੈ, ਉਹ ਪੂਰਨ ਸਤਿਗੁਰੂ ਮੇਰੀ ਪੂਰੀ ਪਾਵੇਗਾ, ਭਾਵ ਮੈਨੂੰ ਸਫਲਤਾ ਤੱਕ, ਮੇਰੀ ਮੰਜ਼ਿਲੇ ਮਕਸੂਦ ਤੱਕ ਲੈ ਕੇ ਜਾਵੇਗਾ। ਛੇਵੀਂ ਸ਼ਰਮ ਪ੍ਰਕਾਸ਼, ਪਦਾਰਥਾਂ ਦਾ ਮਾਇਆ ਦਾ ਛਲੇਵਾ ਜਿਹੜਾ ਛਲਾਵਾ ਨਾ, ਉਹ ਕਿਸੇ ਪ੍ਰਕਾਰ ਮੇਰੇ ਉੱਤੇ ਪ੍ਰਭਾਵ ਨਾ ਪਾਵੇ। ਇਹ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ। ਛੇਵੀਂ ਤੇ ਫਿਰ ਸੱਤਵੀਂ ਅਰਦਾਸ ਕੀ ਕਰਨੀ ਹੈ ਕਿ ਸਰਨੀ ਆਏ ਪਰ, ਗੁਰੂ ਦੀ ਸ਼ਰਨ ਦੇ ਵਿੱਚ ਗੁਰੂ ਕਾ ਸਿੱਖ ਆਵੇ, ਭਾਵੇਂ ਉਹਨੂੰ ਰਿੱਧੀਆਂ ਸਿੱਧੀਆਂ 9 ਨਿੱਧਾਂ 18 ਸਿੱਧੀਆਂ ਕੁਝ ਵੀ ਪ੍ਰਾਪਤ ਹੋ ਜਾਵੇ, ਚਾਰ ਪਦਾਰਥ ਉਹਦੇ ਵਸ ਵਿੱਚ ਹੋਣ, ਪਰ ਫਿਰ ਵੀ ਉਹ ਆਪਣੇ ਆਪ ਨੂੰ ਪਰਮੇਸ਼ਰ ਜਾਂ ਗੁਰੂ ਨਾ ਕਹਾਵੇ। ਸਣ ਜੁੱਤੀ ਸਣ ਕੱਪੜੇ, ਜੁੱਤੇ ਸਣੇ ਖੁਦਾ ਨਾ ਬਣ ਕੇ ਬੈਠੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਗੁਰੂ ਕਾ ਸਿੱਖ ਨਿਮਰਤਾ ਨਿਸ਼ਕਾਮਤਾ ਦੇ ਵਿੱਚ ਆ ਕੇ, ਨਿਰਮਾਣਤਾ ਦੇ ਵਿੱਚ ਆ ਕੇ ਗੁਰੂ ਕੀ ਸ਼ਰਨ ਨੂੰ ਤੱਕੇ। ਉਸ ਵੇਲੇ ਵੀ ਅਰਦਾਸ ਕਰਨੀ ਹੈ, ਮਹਾਰਾਜ ਮੈਨੂੰ ਭਾਵੇਂ ਸਭ ਕੁਝ ਮਿਲ ਜਾਵੇ, ਪਰ ਫਿਰ ਵੀ ਮੇਰੀ ਸੱਤਵੀਂ ਅਰਦਾਸ ਇਹ ਆ ਆਪ ਜੀ ਦੇ ਚਰਨਾਂ ਦੇ ਵਿੱਚ ਕਿ ਮੈਂ ਆਪ ਜੀ ਦੀ ਸ਼ਰਨ ਦੇ ਵਿੱਚ ਪਿਆ ਰਹਾਂ। ਕਿਉਂਕਿ ਸੁੱਖ ਸਤਿਗੁਰ ਸਰਣੀ, ਜਿਹੜੇ ਸੁੱਖ ਗੁਰੂ ਪਿਆਰੇ ਹੋਰ ਕਿਤੋਂ ਵੀ ਨਹੀਂ ਮਿਲ ਸਕਦੇ ਨਾ, ਉਹ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚੋਂ ਮਿਲਦੇ ਆ। ਜੋ ਪ੍ਰਭ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ। ਜਿਹੜਾ ਸਦਾ ਸਦੀਵੀ ਸੁੱਖ ਨੂੰ ਚਾਹੁੰਦਾ ਨਾ, ਥੋੜ੍ਹੇ ਚਿਰੇ ਸੁੱਖ ਤਾਂ ਬਹੁਤ ਮਿਲ ਜਾਣਗੇ, ਪਰ ਜਿਹੜਾ ਸਦੀਵੀ ਸੁੱਖ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੀ ਮਿਲਣਾ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਵਾਰ-ਵਾਰ ਇਹ ਸ਼ਬਦਾਂ ਦਾ ਦੁਹਰਾ ਆਇਆ, ਵਾਰ-ਵਾਰ ਰਿਪੀਟ ਕੀਤੇ ਗਏ। ਸਤਿਗੁਰ ਦੀ ਸ਼ਰਨ ਦੇ ਕਿੰਨੇ ਸ਼ਬਦ ਹੈ, ਕਿੰਨੇ ਹੀ ਸ਼ਬਦ ਪੜ੍ਹਦੇ ਆ ਆਪਾਂ, ਸਤਿਗੁਰੂ ਜੀ ਸਾਨੂੰ ਸ਼ਰਨ ਦੇ ਵਿੱਚ ਰੱਖ ਲਓ। ਸਤਿਗੁਰੂ ਆਪਣੀ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਆਗਿਆ ਹੋਏ ਲੇਤ ਹੈ। ਕਿੰਨੇ ਸ਼ਬਦ ਆਪਾਂ ਸ਼ਰਨ ਦੇ ਪ੍ਰਥਾਏ ਪੜ੍ਹਦੇ ਆ। ਸੋ ਸੱਤਵੀਂ ਅਰਦਾਸ ਇਹ ਕਰਨੀ ਆ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਜੋ ਵੀ ਰਿੱਧਾਂ ਸਿੱਧਾਂ 9 ਰਿੱਧਾਂ 10 ਦੁਆਰਾ ਅਨਹਦ ਸ਼ਬਦ ਜੋ ਵੀ ਬਖਸ਼ਿਸ਼ਾਂ ਕਰ ਦੇਵੋ, ਪਰ ਫਿਰ ਵੀ ਆਪ ਜੀ ਦੀ ਸ਼ਰਨ ਮੈਨੂੰ ਮਿਲਦੀ ਰਹੇ। ਕਿਉਂਕਿ ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਤਾਂ ਫਿਰ ਇਹ ਜਿਹੜੀਆਂ ਵਸਤੂਆਂ ਪ੍ਰਾਪਤ ਕੀਤੀਆਂ, ਜਿਹੜੀ ਪ੍ਰਾਪਤੀ ਹੋਈ ਹੈ ਗੁਰਮੁਖ ਪਿਆਰਿਓ, ਉਹ ਵੀ ਕਿਸੇ ਕੰਮ ਨਹੀਂ ਜੇ ਸਤਿਗੁਰੂ ਦੀ ਸ਼ਰਨ ਹੀ ਨਹੀਂ। ਜੇ ਆਪੇ ਹੀ ਗੁਰੂ ਬਣ ਕੇ ਬਹਿ ਗਿਆ ਵੀ ਚਲੋ ਹੁਣ ਰਿੱਧੀਆਂ ਸਿੱਧੀਆਂ ਮਿਲ ਗਈਆਂ ਤੇ 4 ਦਿਨ ਆਪਣੀ ਪੂਜਾ ਕਰਾ ਲਈਏ, ਤੇ ਅੱਜ ਕੱਲ੍ਹ ਤਾਂ ਗੁਰਮੁਖ ਪਿਆਰਿਓ ਇਹ ਵੀ ਨਹੀਂ ਹੁੰਦਾ, ਰਿੱਧੀਆਂ ਸਿੱਧੀਆਂ ਵਗੈਰਾ ਵੀ ਪ੍ਰਾਪਤ ਨਹੀਂ ਹੋਈਆਂ ਹੁੰਦੀਆਂ, ਤੇ ਐਵੇਂ ਪਖੰਡ ਦੀਆਂ ਦੁਕਾਨਾਂ ਚਲਾ ਕੇ ਤੇ ਕੰਨਾਂ ਵਿੱਚ ਮੰਤਰ ਦੇਣ ਲੱਗ ਪੈਂਦੇ ਆ। ਆਖੇ ਜੀ ਅਸੀਂ ਨਾਮ ਸ਼ਬਦ ਦਿੰਦੇ ਆ, ਸਾਡੇ ਬਾਬੇ ਦੇ ਡੇਰੇ 'ਤੇ ਚੱਲੋ, ਸਾਡੇ ਬਾਬੇ ਦੇ ਚੱਲੋ ਲਾਈਟਾਂ ਜਗਾ ਦਿੰਦਾ ਹੈ, ਸਾਡੇ ਚੱਲੋ ਜੀ ਉਹ ਨਾਮ ਸ਼ਬਦ ਦੇ ਦਊਗਾ, ਉਹ ਤੁਹਾਨੂੰ 3 ਲੋਕਾਂ ਦੀ ਸੋਝੀ ਕਰਾ ਦਊਗਾ। ਇਹ ਕੁਝ ਹੁੰਦਾ ਵੀ ਨਹੀਂ, ਪਰ ਕਹਿੰਦੇ ਜੇ ਹੋਵੇ ਵੀ ਕਿਸੇ ਕੋਲੇ ਤਾਂ ਵੀ ਉਹਨੇ ਇਹ ਜਿਹੜੀਆਂ ਇਹਨਾਂ ਚੀਜ਼ਾਂ ਦੇ ਵਿੱਚ ਉਲਝ ਕੇ ਨਹੀਂ ਰਹਿਣਾ, ਰਿੱਧੀਆਂ ਸਿੱਧੀਆਂ ਦੇ ਵਿੱਚ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਜੇ ਖੱਬੇ ਬੜੀਆਂ ਰਿੱਧੀਆਂ ਸਿੱਧੀਆਂ ਵਸਦੀਆਂ ਸੀ। ਭੱਟਾਂ ਨੇ ਸਵਈਏ ਲਿਖੇ ਆ, ਜਿਹੜੇ ਆਪਾਂ ਪੜ੍ਹਦੇ ਆ ਨਾ, ਬਾਰਜ ਕਰ ਦਾਹਣੈ ਸਿੱਧ ਸਨਮੁਖ ਮੁਖ ਜੋਵੈ, ਰਿੱਧ ਬਸੈ ਬਾਵਾਂਗ ਜੋ 3 ਲੋਕਾਂਤਰ ਮੋਹ ਹੈ, ਹਿਰਦੈ ਬਸੈ ਅਕਈਓ ਸੋਏ ਰਸ ਤਿਨ ਹੀ ਜਾਤੋ। ਸੋ ਜਿਹੜਾ ਇਹ ਸਤਿਗੁਰੂ ਦਾ ਸ਼ਬਦ ਹੈ, ਇਹਦੇ ਵਿੱਚ ਇਹ ਦੱਸਿਆ ਗਿਆ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰਿੱਧੀਆਂ ਸਿੱਧੀਆਂ ਉਹ ਤਾਂ ਖੱਬੇ ਸੱਜੇ ਵਸਦੀਆਂ ਸੀ, 3 ਲੋਕਾਂ ਨੂੰ ਮੋਹਣ ਵਾਲੀਆਂ, ਪਰ ਸਤਿਗੁਰੂ ਦੇ ਹਿਰਦੇ ਤੱਕ ਪਹੁੰਚ ਨਹੀਂ ਸੀ, ਉਹਨਾਂ ਦੀ ਦਿਲ ਦੇ ਵਿੱਚ ਨਹੀਂ ਸੀ ਵਸੀਆਂ। ਸਤਿਗੁਰੂ ਦਾ ਉਹਨਾਂ 'ਤੇ ਕੰਟਰੋਲ ਸੀ, ਉਹਨਾਂ ਨੇ ਸਤਿਗੁਰੂ ਜੀ ਨੂੰ ਕੰਟਰੋਲ ਦੇ ਵਿੱਚ ਨਹੀਂ ਕੀਤਾ ਹੋਇਆ ਸੀ। ਹਿਰਦੈ ਬਸੈ ਅਕਈਓ ਜੋ ਕਹਿਣ ਤੋਂ ਪਰੇ ਹੈ, ਅਕਥ ਹੈ, ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਹਿਰਦੇ ਦੇ ਵਿੱਚ ਵਸਦਾ ਸੀ।
ਸੋ ਇਸ ਕਰਕੇ ਉਹ ਰਿੱਧੀਆਂ ਸਿੱਧੀਆਂ ਜਿਹੜੀਆਂ ਸਤਿਗੁਰੂ ਜੀ ਦੇ ਨਿਯੰਤਰਣ ਦੇ ਵਿੱਚ ਸਨ, ਕੰਟਰੋਲ ਦੇ ਵਿੱਚ ਸਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੱਤਵੀਂ ਅਰਦਾਸ ਇਸ ਤਰ੍ਹਾਂ ਕਰੀ ਕਿ ਸੱਤਵੀਂ ਸਰਨੀ ਆਏ ਪਰ ਸਤਿਗੁਰ ਪੂਰੀ ਪਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਮੇਰੀ ਪੂਰੀ ਪਾ ਦਿਓ, ਮੈਂ ਇਹਨਾਂ ਰਿੱਧੀਆਂ ਸਿੱਧੀਆਂ ਵਿੱਚ ਕਿਤੇ ਉਲਝ ਕੇ ਨਾ ਰਹਿ ਜਾਵਾਂ, ਆਪ ਜੀ ਦੀ ਸ਼ਰਨ ਨੂੰ ਤੱਕਦਾ ਰਹਾਂ। ਜਿਵੇਂ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ, ਉਹਨਾਂ ਦੇ ਜੀਵਨ ਦੇ ਵਿੱਚ ਇੱਕ ਇਹ ਪ੍ਰਸੰਗ ਆਉਂਦਾ ਹੈ। ਕਹਿੰਦੇ ਮਹਾਂਪੁਰਖ ਆ ਨੰਗਲ ਡੈਮ ਦੇ ਕੋਲ ਗਏ ਅਤੇ ਉੱਥੇ ਇੱਕ ਸਾਧੂ ਸੀ, ਰਿੱਧੀਆਂ ਸਿੱਧੀਆਂ ਉਹਨੇ ਸਾਧਿਆ ਹੋਇਆ ਸੀ ਯੋਗ ਪ੍ਰਾਣਾਯਾਮ ਕਰਕੇ। ਅਤੇ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਹੁੰਦੀਆਂ ਨਾ, ਇਹਦੇ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਰਿੱਧੀਆਂ ਸਿੱਧੀਆਂ ਕਿ ਇੱਥੇ ਬੈਠਿਆਂ ਕਿਤੇ ਦੂਰ ਦੇ ਦ੍ਰਿਸ਼ ਦੇਖੀ ਜਾਣੇ, ਇੱਥੋਂ ਬੈਠਿਆਂ ਬੈਠਿਆਂ ਸਰੀਰ ਨੂੰ ਸੰਕੋਚ ਕੇ ਕਿਸੇ ਦੂਜੀ ਜਗ੍ਹਾ 'ਤੇ ਜਾ ਕੇ ਪ੍ਰਗਟ ਹੋ ਜਾਣਾ, ਕਿਸੇ ਦੂਰ ਦੀਆਂ ਗੱਲਾਂ ਇੱਥੇ ਬੈਠਿਆਂ ਸੁਣਦੇ ਰਹਿਣਾ, ਦੂਰ ਦਰਸ਼ਨ। ਸੋ ਇਸੇ ਪ੍ਰਕਾਰ ਦੂਰ ਸ਼ਰਾਵਣ, ਦੂਰ ਗਮਤਾ, ਇਸ ਤਰ੍ਹਾਂ ਦੀਆਂ ਇਹ ਰਿੱਧੀਆਂ ਸਿੱਧੀਆਂ ਹੁੰਦੀਆਂ। ਉਹ ਜਿਹੜਾ ਸਾਧੂ ਸੀ ਉਹਨੂੰ ਇਸ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਮਿਲੀਆਂ ਹੋਈਆਂ ਸੀ ਨੰਗਲ ਡੈਮ 'ਤੇ, ਅਤੇ ਇੱਥੇ ਨੇੜੇ ਕਿਤੇ ਰਹਿੰਦਾ ਸੀ। ਅਤੇ ਉਹ ਕੀ ਹੋਇਆ, ਸੰਤ ਮਹਾਰਾਜ ਉੱਥੇ ਆਏ ਹੋਏ ਹੈ, ਉਹਦੇ ਕੋਲ ਦੀ ਕਿਤੇ ਗੁਜ਼ਰਦੇ ਸੀ ਅਤੇ ਉਹ ਇੱਦਾਂ ਧਿਆਨ ਦੇ ਵਿੱਚ ਬੈਠਾ ਅਤੇ ਉੱਚੀ ਉੱਚੀ ਹੱਸ ਪਿਆ। ਅਤੇ ਮਹਾਂਪੁਰਖਾਂ ਨੂੰ ਤਾਂ ਪਤਾ ਸੀ ਉਹਦੀ ਅਵਸਥਾ ਦਾ, ਅਤੇ ਉਹਨੂੰ ਕਹਿੰਦੇ ਭਾਈ ਕੀ ਗੱਲ ਹੈ, ਹੱਸੀ ਕਾਹਤੋਂ ਜਾਂਦਾ, ਕੀ ਹੋਇਆ? ਕਹਿੰਦਾ ਜੀ ਰਿੱਧੀਆਂ ਸਿੱਧੀਆਂ ਦੇ ਬਲ ਦੇ ਨਾਲ ਆਪਣਾ ਆਪਾ ਜਣਾਇਆ ਵੀ ਮੇਰੇ ਕੋਲ ਰਿੱਧੀਆਂ ਸਿੱਧੀਆਂ। ਕਹਿੰਦਾ ਮੈਂ ਗਿਆ ਹੋਇਆ ਸੀ ਦਿੱਲੀ, ਅਤੇ ਉੱਥੇ ਇੱਕ ਮੁਜਰਾ ਚੱਲ ਰਿਹਾ ਸੀ ਅਤੇ ਮੈਂ ਮੁਜਰਾ ਦੇਖ ਰਿਹਾ ਸੀ, ਅਤੇ ਮੁਜਰਾ ਕਰਨ ਵਾਲੀ ਬੀਬੀ ਦਾ ਨਾ ਤਨ ਤੋਂ ਬਸਤਰ ਸਰਕ ਗਿਆ ਸੀ, ਇਸ ਕਰਕੇ ਮੇਰਾ ਹਾਸਾ ਨਿਕਲ ਗਿਆ। ਸੰਤ ਮਹਾਂਪੁਰਖ ਉਸ ਵੇਲੇ ਉਹਨੂੰ ਕਹਿਣ ਲੱਗੇ, ਉਹ ਕਹਿੰਦੇ ਰਿੱਧੀਆਂ ਸਿੱਧੀਆਂ ਜਿਸ ਵਾਹਿਗੁਰੂ ਦੇ ਨਾਮ ਨਾਲ ਪ੍ਰਾਪਤ ਕੀਤੀਆਂ, ਜੇ ਉਹ ਨਾਮ ਨਾਲ ਹੀ ਨਹੀਂ ਜੁੜਨਾ ਅਤੇ ਇੱਦਾਂ ਦੇ ਤੂੰ ਕੁੱਤੇ ਕੰਮ ਹੀ ਕਰਨੇ, ਅਤੇ ਫਿਰ ਫਾਇਦਾ ਕੀ ਹੈ? ਫਿਰ ਫਾਇਦਾ ਕੀ ਹੈ? ਜੇ ਨਾਚ ਗਾਣੇ ਦੇਖਣੇ ਸੀ ਉੱਦਾਂ ਹੀ ਦੇਖ ਲੈਂਦਾ, ਮੁਜਰਾ ਦੇਖਣਾ ਸੀ ਉੱਦਾਂ ਹੀ ਦੇਖ ਲੈਂਦਾ। ਇੰਨਾ ਜਪ ਤਪ ਅਤੇ ਜਿਹੜਾ ਰੇਚਕ ਪੂਰਕ ਕੁੰਭਕ ਪ੍ਰਾਣਾਯਾਮ ਕੁੰਡਲਨੀ ਜਾਗਰਤ ਕਰਨੀ, ਇੰਨਾ ਕੁਛ ਤੂੰ ਕੀਤਾ, ਇਹਦਾ ਫਿਰ ਫਾਇਦਾ ਕੀ ਸੀ? ਉਵੇਂ ਹੀ ਕਰ ਲੈਂਦਾ। ਸੋ ਇਸ ਤਰ੍ਹਾਂ ਕਰਕੇ ਭਾਈ ਕਈ ਵਾਰ ਇਹ ਰਿੱਧੀਆਂ ਸਿੱਧੀਆਂ ਪਾ ਕਰਕੇ ਵੀ ਇਹ ਆਪਣੀ ਪੂਜਾ, ਆਪਣੀ ਮਹਿਮਾ ਜਾਂ ਉਹਦੀ ਗਲਤ ਵਰਤੋਂ ਕਰਨ ਦਾ ਮਨ ਦੇ ਵਿੱਚ ਵਿਚਾਰ ਨਾ ਆਵੇ ਕਿਸੇ ਤਰ੍ਹਾਂ ਦਾ। ਇਹ ਤੋਂ ਬਚਣ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਿਗੁਰਾਂ ਦੀ ਸ਼ਰਨ ਤੱਕੋ, ਇਹ ਅਰਦਾਸ ਕਰੋ। ਸੱਤਵੀਂ ਅੱਠਵੀਂ ਮਾਲਾ ਫੇਰੇ ਸਾਸ ਸਾਸ ਗੁਰ ਧਿਆਏ। ਅੱਠਵੀਂ ਅਰਦਾਸ ਕੀ ਕਰਨੀ ਹੈ ਕਿ ਸਵਾਸਾਂ ਦੀ ਮਾਲਾ ਫੇਰਦੇ ਰਹੀਏ। ਹਾਲਾਂਕਿ ਜਦੋਂ ਨਾਮ ਜਪ ਲਿਆ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ, 10ਵਾਂ ਦੁਆਰਾ ਖੁੱਲ੍ਹ ਗਿਆ, ਉਸ ਵੇਲੇ ਸਾਧਕ ਨੂੰ ਕਿਸੇ ਹੋਰ ਵਸਤੂ ਦੀ ਲੋੜ ਨਹੀਂ ਰਹਿ ਗਈ, ਕਿਉਂਕਿ ਮੰਜ਼ਿਲ 'ਤੇ ਤਾਂ ਪਹੁੰਚ ਗਿਆ। ਅਤੇ ਫਿਰ ਪੌੜੀ ਕੀ ਕਰਨੀ ਹੈ? ਜਦੋਂ ਮੁਕੱਦਮਾ ਹੀ ਜਿੱਤ ਲਿਆ, ਕਚਹਿਰੀਆਂ 'ਚ ਗੇੜੇ ਕੱਢਣ ਦੀ ਕੀ ਲੋੜ ਹੈ? ਪਰ ਸੰਸਾਰ ਦੇ ਉੱਤੇ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਬਾਣੀ ਵੀ ਪੜ੍ਹਨੀ ਹੈ, ਨਾਮ ਵੀ ਜਪਣਾ ਹੈ, ਮੁੱਖੋਂ ਵਾਹਿਗੁਰੂ ਵਾਹਿਗੁਰੂ ਵੀ ਉਚਾਰਨ ਕਰਨਾ ਹੈ, ਇਸ਼ਨਾਨ ਪਾਨ ਕਿਰਿਆ ਕਰਮ ਜੋ ਸਤਿਗੁਰੂ ਨੇ ਮਿਤ ਮਰਿਆਦਾ ਬਖਸ਼ਿਸ਼ ਕੀਤੀ ਹੈ। ਗੁਰੂ ਕਾ ਸਿੱਖ ਕਿਸੇ ਵੀ ਉੱਚ ਪਦਵੀ 'ਤੇ ਪਹੁੰਚ ਜਾਏ ਨਾਮ ਜਪ ਜਪ ਕੇ, ਪਰ ਉਹਨੇ ਫਿਰ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਨਹੀਂ ਛੱਡਣਾ, ਨਿਤਨੇਮ ਨਹੀਂ ਛੱਡਣਾ। ਹਮੇਸ਼ਾ ਉਹ ਵਾਹਿਗੁਰੂ ਦਾ ਨਾਮ ਦਾ ਸਿਮਰਨ ਕਰਦਾ ਰਹੇ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਰਸਨਾ ਦੇ ਉੱਤੇ ਸਾਸ ਸਾਸ ਸਿਮਰਹੁ ਗੋਬਿੰਦ, ਇਹ ਹਮੇਸ਼ਾ ਰਸਨਾ ਦੇ ਉੱਤੇ ਸਤਨਾਮ ਵਾਹਿਗੁਰੂ 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 ਦਾ ਜਾਪ ਕਹਿੰਦੇ ਚੱਲਦਾ ਰਹੇ। ਇਹ ਅੱਠਵੀਂ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਚਰਨਾਂ ਵਿੱਚ ਕਰਨੀ ਹੈ। ਨੌਵੀਂ ਅਰਦਾਸ ਕੀ ਕਰਨੀ ਹੈ ਕਿ ਨਿੱਤਾ ਪ੍ਰਤੀ ਹੀ ਗੁਰੂ ਦਾ ਸਿਮਰਨ ਕਰਨਾ ਹੈ, ਗੁਰੂ ਨੂੰ ਸੇਵਣਾ ਹੈ, ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਹੈ। ਕਿਉਂਕਿ ਸਤਿਗੁਰੂ ਜੀ ਨਰਕ ਨਿਵਾਰਨ ਯੋਗ, ਨਰਕਾਂ ਤੋਂ ਬਚਾਉਣ ਦੇ, ਹਰ ਪ੍ਰਕਾਰ ਦੇ ਨਰਕਾਂ ਤੋਂ ਤੈਨੂੰ ਨਿਵਾਰਨ ਉਦਾਹਰਨ ਵਾਸਤੇ ਯੋਗ ਹਨ, ਸਮਰੱਥ ਹਨ। ਦਸਵੀਂ ਦਰਗਮਾ ਹੋਈਏ ਸ਼ਾਂਤ ਜੋਗ ਮੈਂ ਹੋਗਾ। ਹਾਂ, 10ਵੀਂ ਅਰਦਾਸ ਕੀ ਕਰਨੀ ਹੈ ਕਿ ਜਦੋਂ ਮੈਂ ਨਾਮ ਜਪ ਜਪ ਕੇ ਅਤੇ ਇਹ ਪੂਰਨ ਪਦਵੀ ਨੂੰ ਪ੍ਰਾਪਤ ਕਰ ਲਵਾਂ, ਅਤੇ ਪੂਰਨ ਪਦਵੀ ਨੂੰ ਪ੍ਰਾਪਤ ਕਰਨ ਵਾਲਿਆਂ ਦੇ ਗੁਰਮੁਖ ਪਿਆਰਿਓ, ਉਹਨਾਂ ਦੇ ਚਰਨਾਂ ਵਿੱਚ ਸੰਗਤਾਂ ਆਪਣੇ ਆਪ ਜੁੜਨੀਆਂ ਸ਼ੁਰੂ ਹੋ ਜਾਂਦੀਆਂ, ਕਿਉਂਕਿ ਵਾਹਿਗੁਰੂ ਦਾ ਨਾਮ ਉੱਥੇ ਵਸਦਾ ਨਾ। ਉਹ ਜਿਹੜਾ ਬਚਨ ਕਹਿ ਦੇਣ, ਉਹ ਬਚਨ ਦਾ ਸਿੱਧਾ ਅਸਰ ਸਾਡੇ ਹਿਰਦਿਆਂ 'ਤੇ ਹੁੰਦਾ ਹੈ। ਸੋ ਕਿਉਂਕਿ ਪ੍ਰਭ ਜੀ ਵਸ ਹੈ ਸਾਧ ਕੀ ਰਸਨਾ, ਉਹਨਾਂ ਦੀ ਰਸਨਾ ਦੇ ਉੱਤੇ ਵਸ ਜਾਂਦਾ ਆ ਕੇ ਵਾਹਿਗੁਰੂ ਪਰਮੇਸ਼ਰ।
ਉਹ ਜਿਹੜਾ ਬਚਨ ਕਰਦੇ ਆ ਤੇ ਸਿੱਧਾ ਸਾਡੇ ਹਿਰਦਿਆਂ ਦੇ ਉੱਤੇ ਤੀਰ ਵਾਂਗੂ ਲੱਗਦਾ। ਆਪਾਂ ਕਈ ਵਾਰੀ ਵੇਖਦੇ ਆ ਸਾਡੇ ਘਰਾਂ ਦੇ ਵਿੱਚ ਬੱਚੇ ਬੱਚੀਆਂ, ਸਾਡੇ ਨੌਜਵਾਨ, ਉਹ ਸਾਡੇ ਕਹੇ ਨਹੀਂ ਲੱਗਦੇ, ਸਾਡੇ ਆਖੇ ਨਹੀਂ ਲੱਗਦੇ। ਅਸੀਂ ਉਹਨਾਂ ਨੂੰ ਕੋਈ ਕੁਰੀਤੀ ਛੱਡਣ ਨੂੰ, ਕੋਈ ਨਸ਼ਾ ਵਿਸ਼ਾ ਛੱਡਣ ਨੂੰ ਕਹੀਏ, ਕੋਈ ਮਾੜੀ ਆਦਤ ਤਿਆਗਣ ਨੂੰ ਆਖੀਏ ਤਾਂ ਉਹ ਆਖੇ ਨਹੀਂ ਲੱਗਦੇ, ਸਾਡੇ ਕਹੇ ਦਾ ਅਸਰ ਨਹੀਂ ਹੁੰਦਾ। ਫਿਰ ਅਸੀਂ ਕੀ ਕਰਦੇ ਹਾਂ, ਕਿਸੇ ਕਰਨੀ ਵਾਲੇ ਸਾਧੂ ਮਹਾਤਮਾ ਕੋਲੇ, ਗੁਰਸਿੱਖ ਕੋਲੇ, ਕਿਸੇ ਭਾਈ ਸਾਹਿਬ ਕੋਲੇ ਲੈ ਕੇ ਜਾਂਦੇ ਆ ਕਿ ਜੀ ਤੁਸੀਂ ਸਮਝਾਓ, ਸਾਡੇ ਕਿਹਾ ਤਾਂ ਇਹ ਸਮਝਦਾ ਨਹੀਂ। ਅਤੇ ਉਹਨਾਂ ਨੇ ਕਿਉਂਕਿ ਨਾਮ ਜਪ ਜਪ ਕੇ ਉਹਨਾਂ ਨੂੰ ਉਹ ਸ਼ਕਤੀ ਪ੍ਰਾਪਤ ਹੋਈ ਹੁੰਦੀ ਹੈ, ਰਸਨਾ 'ਤੇ ਪਰਮੇਸ਼ਰ ਵਸਿਆ ਹੁੰਦਾ। ਉਹ ਜਦੋਂ ਆਪਣੀ ਰਸਨਾ ਤੋਂ ਕੋਈ ਬਚਨ ਕਹਿ ਦੇਣ ਅਤੇ ਨਾਲ ਦੀ ਨਾਲ ਸਾਡਾ ਬੱਚਾ ਬੱਚੀ ਕਹਿੰਦਾ ਜੀ 7 ਬਚਨ ਠੀਕ ਹੈ, ਮੈਂ ਇੱਥੇ ਗਲਤ ਸੀ, ਮੈਨੂੰ ਇਹ ਛੱਡ ਦੇਣਾ ਚਾਹੀਦਾ। ਸਾਡੇ ਬੱਚੇ ਮੰਨ ਲੈਂਦੇ ਆ ਉਹਨਾਂ ਦੀ ਗੱਲ। ਉਹ ਹੁੰਦਾ ਉਹਨਾਂ ਦੇ ਨਾਮ ਜਪੇ ਹੋਏ ਦਾ ਪ੍ਰਤਾਪ, ਤੇਜ ਪ੍ਰਤਾਪ ਵਰਤਦਾ। ਸੋ ਕਹਿੰਦੇ ਜਦੋਂ ਇਸ ਤਰ੍ਹਾਂ ਤੇਜ ਪ੍ਰਤਾਪ ਵਰਤਣ ਲੱਗ ਪਵੇ ਤਾਂ ਉਦੋਂ ਫਿਰ ਬਹੁਤੇ ਈਰਖਾਲੂ ਲੋਕ ਵੀ ਖੜੇ ਹੋ ਜਾਂਦੇ ਆ। ਜਦੋਂ ਪੂਰਨ ਗਿਆਨਵਾਨ ਕੋਈ ਸੰਸਾਰ ਦੇ ਵਿੱਚ ਉਪਦੇਸ਼ ਦੀ ਬਖਸ਼ਿਸ਼ ਕਰਨ ਲੱਗਦਾ ਨਾ ਵਾਹਿਗੁਰੂ ਦੇ ਨਾਮ ਦੀ, ਤਾਂ ਫਿਰ ਚੁੰਚ ਗਿਆਨੀ ਜਾਂ ਬਾਚ ਗਿਆਨੀ ਹੁੰਦੇ ਆ ਨਾ, ਜਿਹੜੇ ਮੁੱਖ ਗਿਆਨੀ, ਉਹ ਬੜੇ ਖੜੇ ਹੋ ਜਾਂਦੇ ਆ। ਜਗ ਕਊਆ ਮੁੱਖ ਚੁੰਚ ਗਿਆਨ, ਜਿਹੜੇ ਸਿਰਫ ਕਿਤਾਬਾਂ ਪੜ੍ਹ ਕੇ ਸੁਣਾਉਣ ਵਾਲੇ ਹੁੰਦੇ ਆ ਅਤੇ ਅਵਸਥਾ ਤੱਕ ਪਹੁੰਚੇ ਨਹੀਂ ਹੁੰਦੇ, ਸਿਰਫ ਸੰਗਤਾਂ ਨੂੰ ਕਹਿਣ ਤੱਕ ਕਿਸੇ ਨੇ ਜੀ ਆਹ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ, ਅਤੇ ਆਪ ਉਹ ਤੋਂ ਉਲਟ ਹੁੰਦਾ। ਆਪ ਕਹੀ ਜਾਣਗੇ ਸ਼ਰਾਬ ਨਹੀਂ ਪੀਣੀ ਚਾਹੀਦੀ, ਮਾਸ ਨਹੀਂ ਖਾਣਾ ਚਾਹੀਦਾ, ਅਤੇ ਆਪ ਸਭ ਕੁਝ ਕਰਦਾ ਹੋਵੇ ਜਿਹੜਾ, ਉਹਨੂੰ ਕਹਿੰਦੇ ਚੁੰਚ ਗਿਆਨੀ। ਚੁੰਝ ਗਿਆਨੀ ਹੈ, ਸਿਰਫ ਅੰਦਰ ਤੱਕ ਉਹਦੇ ਗਿਆ ਨਹੀਂ। ਜਿਹੜਾ ਵਾਹਿਗੁਰੂ ਦਾ ਨਾਮ ਸਿਰਫ ਚੁੰਝ 'ਤੇ ਹੀ, ਉਹਦੀ ਜੀਭ ਦੇ ਉੱਤੇ ਹੀ ਉਹ ਰਹਿ ਗਿਆ। ਸੋ ਐਸੇ ਜਿਹੜੇ ਚੁੰਚ ਗਿਆਨੀ ਹੈ, ਜਦੋਂ ਕਹਿੰਦੇ ਉਹ ਪੂਰਨ ਰਿੱਧੀ ਸਿੱਧੀ ਪ੍ਰਾਪਤ ਮਹਾਂਪੁਰਖ ਦੇ ਨਾਲ ਈਰਖਾ ਕਰਨ ਲੱਗ ਜਾਣ ਅਤੇ 10ਵੀਂ ਦਗਧ ਨਾ ਹੋਈ ਹੈ, ਉਸ ਵੇਲੇ 10ਵੀਂ ਅਰਦਾਸ ਕਰੋ ਕਿ ਉਹਨਾਂ ਦੀਆਂ ਈਰਖਾ ਨਾਲ ਕਈਆਂ ਹੋਈਆਂ ਗੱਲਾਂ ਦੇ ਨਾਲ ਮੈਨੂੰ ਜਾਲਣ ਨਾ ਹੋਵੇ, ਦਗਧ ਨਾ ਹੋਵਾਂ, ਮੈਂ ਸੜਾ ਨਾ। ਸ਼ਾਂਤ ਜੋਗ ਮੈਂ ਹੋਗ, ਸਗੋਂ ਜਿਹੜੇ ਬਚਨ ਮੈਂ ਸੰਗਤਾਂ ਨੂੰ ਸ਼ਾਂਤੀ ਵਰਤਾਉਣ ਵਾਲੇ ਕਰਦਾ ਹੈ, ਵਾਹਿਗੁਰੂ ਪਰਮੇਸ਼ਰ ਤੇਰੇ ਨਾਮ ਦੇ ਜਿਹੜੇ ਬਚਨ ਆ ਨਾ ਸ਼ਾਂਤੀ ਵਾਲੇ, ਸੋ ਮੈਂ ਇਸ ਯੋਗ ਹੋਵਾਂ ਕਿ ਮੇਰੇ ਬਚਨਾਂ ਨਾਲ ਉਹਨਾਂ ਈਰਖਾ ਕਰਨ ਵਾਲਿਆਂ ਨੂੰ ਵੀ ਸ਼ਾਂਤੀ ਮਿਲੇ। 10ਵੀਂ ਦਗਧ ਨਾ ਹੋਈਏ, ਸ਼ਾਂਤ ਜੋਗ ਮੈਂ ਹੋਗ। ਸੋ ਮੈਂ ਈਰਖਾ ਦੇ ਬਚਨ ਸੁਣ ਕੇ ਮੈਨੂੰ ਕੋਈ ਪਰਵਾਹ ਨਾ ਹੋਵੇ ਵੀ ਜਿਹੜਾ ਕੋਈ ਨਿੰਦਾ ਕਰਦਾ ਕਰੀ ਜਾਣ ਦੇ, ਜੇ ਕੋਈ ਉਸਤਤ ਕਰਦਾ ਕਰੀ ਜਾਣ ਦੇ, ਮੇਰੇ 'ਤੇ ਅਸਰ ਕੋਈ ਨਾ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਈਰਖਾ ਵਾਲਿਆਂ ਦੇ ਬਚਨਾਂ ਦੇ ਨਾਲ ਮੈਂ ਦਗਧ ਨਾ ਹੋਵਾਂ। ਜੇ ਮੇਰੇ 'ਤੇ ਕੋਈ ਦੂਸ਼ਣ ਵੀ ਲਾਉਂਦੇ ਹੈ, ਕਿਉਂਕਿ ਬੜੇ ਲੱਗਦੇ ਆ ਜਦੋਂ ਕੋਈ ਰੱਬ ਦੇ ਪ੍ਰਾਪਤੀ ਵਾਲੇ ਮਾਰਗ 'ਤੇ ਚੱਲਦਾ, ਜੀ ਇਹ ਤਾਂ ਇੱਦਾਂ, ਜੀ ਇਹ ਤਾਂ ਉੱਦਾਂ, ਇਹ ਤਾਂ ਆਹ ਕਰਦਾ, ਉਹ ਕਰਦਾ। ਸੋ ਕਹਿੰਦੇ ਜਦੋਂ ਕੋਈ ਇਸ ਤਰ੍ਹਾਂ ਨਿੰਦਿਆ, ਈਰਖਾ, ਵਖੀਲੀ ਵਾਲੇ ਦੁਸ਼ਮਣ ਖੜੇ ਹੋ ਜਾਣ ਅਤੇ ਉਹਨਾਂ ਦੇ ਕੌੜੇ ਬਚਨ ਹੋਣ, ਨਾ ਤਾਂ ਮੈਂ ਈਰਖਾ ਨਾਲ, ਨਾ ਈਰਖਾ ਭਰੇ ਬਚਨਾਂ ਨਾਲ ਦਗਧ ਹੋਵਾਂ, ਸੜਾ ਅਤੇ ਸ਼ਾਂਤ ਜੋਗ ਮੈਂ ਹੋਗ। ਅਤੇ ਮਹਾਰਾਜ ਮੇਰੇ ਮਨ ਵਿੱਚ ਸ਼ਾਂਤੀ ਔਰ ਯੋਗ ਜੁੜਿਆ ਰਹਾ ਆਪ ਜੀ ਦੇ ਚਰਨਾਂ ਦੇ ਨਾਲ। ਸੋ ਇਸ ਪ੍ਰਕਾਰ 10 ਅਰਦਾਸਾਂ ਜਿਹੜੀਆਂ ਆਪਾਂ ਅੱਜ ਦੇ ਦੀਵਾਨ ਦੇ ਵਿੱਚ ਵਿਚਾਰੀਆਂ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਵੇਂ ਹੋਰ ਬਾਕੀ ਦੀਆਂ 16 ਅਰਦਾਸਾਂ ਹੋਰ ਭਾਈ ਵਿਸ਼ੰਬਰ ਦਾਸ ਨੂੰ ਦੱਸਣਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਝੀ ਬਖਸ਼ਣਗੇ, ਉਹ ਆਪਾਂ ਗੁਰੂ ਕਿਰਪਾ ਕਰੇ ਕੱਲ੍ਹ ਦੇ ਦੀਵਾਨ ਦੇ ਵਿੱਚ ਵਿਚਾਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਿਨੈ ਹੈ, ਅਰਦਾਸ ਹੈ ਕਿ ਕਹਿਆ ਸੁਣਿਆ ਸਾਨੂੰ ਤੁਹਾਨੂੰ ਸਾਰਿਆਂ ਨੂੰ ਕਮਾਉਣ ਦੀ ਸੋਝੀ ਬਖਸ਼ਣ, ਸਾਡੇ ਹਿਰਦਿਆਂ ਦੇ ਵਿੱਚ ਇਹ ਗੁਰੂ ਕਾ ਉਪਦੇਸ਼ ਵਸ ਜਾਵੇ। ਆਓ ਸਮਾਪਤੀ ਦੀਆਂ 2 ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ, ਨਾਵੀ ਨਿਤ ਗੁਰ ਸੇਵਨ ਨਿਵਾਰਨ ਜੋਗ, 10ਵੀਂ ਦਗਧ ਨਾ ਹੋਈਏ, ਸ਼ਾਂਤ ਜੋਗ ਮੈਂ ਹੋਗ। ਵਾਹਿਗੁਰੂ ਜੀ ਕਾ ਖਾਲਸਾ,